देश दुनिया च वसते पंजाबियों को खुशामदीद। मैं हरजिंदर सिंह रंधावा, तुस देख रहे हो पंजाब टैलीविजन और मेरे नाल ने सरदार नरिंदरपाल सिंह। सरदार साहब एक अंतराल बाद मिले आ, ठीक हो? बिल्कुल ठीक है, लेकिन सरकार ठीक नहीं लगती। ये किहड़ी सरकार की गल करदे हो, उपरली दी कि थल्ले वाली दी? देखो सरकार इको मनी जाती है जी, जिहड़ी जिन्हों कहते हैं कि रब नेड़े कि सुन माई बाप। माई बाप। कैप्टन अमरिंदर सिंह की सरकार का मुहांदरा बदले जाण दीआं कंसोवां नितर के आ रही। बिल्कुल, पर ਉਹ ਨਿਤਰਨ ਵੀ ਕਿਉਂ ਨਾ, ਉਹ ਕਹਿੰਦੇ ਨਾ ਭਗਵੰਤ ਮਾਨ ਸਾਰੀ ਇਲੈਕਸ਼ਨ ਦੇ ਵਿੱਚ ਇੱਕੋ ਹੀ ਗੀਤ ਗਾਉਂਦਾ ਰਿਹਾ ਜੀ ਕਿ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਨੇ ਪਰ ਦੱਬਦਾ ਕਿੱਥੇ ਆ। ਤੇ ਇੱਧਰ ਜਿਹਨੂੰ ਦੱਬਣ ਨੂੰ ਫਿਰਦੇ ਸੀ ਉਹਨੇ ਡਿਨਰ ਵੀ ਕਰਵਾਇਆ। ਨਹੀਂ, ਲੰਚ ਜੋ ਦੇਖੋ ਇਹਨਾਂ ਦਾ ਕੋਈ ਪਤਾ ਨਹੀਂ ਲੱਗਦਾ, ਇਹ ਸਾਡੇ ਲਈ ਲਫਜ਼ ਨੇ ਲੰਚ ਤੇ ਡਿਨਰ। ਜਦੋਂ ਕਰ ਲਿਆ ਤੇ ਫੇਰ ਵੀ ਦੱਬਣ ਦੀ ਕੋਸ਼ਿਸ਼ ਕੀਤੀ, ਫੇਰ ਤਾਂ ਨਹੀਂ ਦੱਬਦਾ ਕੋਈ। नहीं, ये गल दुरुस्त है कि लंच हो गया, लेकिन लंच तो एक रस्म सी। बिल्कुल, लंच ते पिछे जिहड़ी इबारत लिखी जा चुकी है वो कंसोए है कि अगले कहंदे आ कि तुसीं मैनूं बदलणों फिरदे हो, मैं तो सरकार दा ही मुहांदरा बदल दूं। बिल्कुल सही गल। पंजाब दे विच मंत्रियों दे पोर्टफोलियो बदलण दी तैयारी दी खबर आ रही है और ये खबर भी उन्नी पुख्ता है जिन्नी पुख्ता कांग्रसियां दी लड़ाई सी। बिल्कुल सही गल। दूजी गल यह है कि कैप्टन अमरिंदर सिंह नवजोत सिंह सिद्धू नाल निबड़न तो बाद जी सुरखरू सीगे। हाँ, लेकिन अगलिया कच्छ जो छुरी कढ़ मारी, पता ही नहीं सी कि भी वार हो जाणगे। बिल्कुल, देखो ये धुख दी ते तुहाडी गल से बहुत देर दी सी, लेकिन इस मुकाम तक लै आएगी कि कप्तान साहब इन्ने मजबूर हो जाणगे, मजबूर भी ते मजबूत भी, कि उन्होंने कहा कि नहीं हुण नहीं। नहीं, कप्तान समझौता नहीं। कप्तान साहब ने कोई तीर नहीं मारिया। हाँ। कप्तान साहब ने भी बहुत वधिया काम नहीं कीते। कप्तान साहब भी लगभग 3 साल समा ही लगाउंदे रहे जी। वखरी गल इन्हां कोविड दे दिनां च बुरे दौर च उन्हां सामने वो फाइट दित्ती है जी, लेकिन उन्हां नाल गिले शिकवे विधायकां वजीरां दे जायज़ सी जी। लेकिन जिहड़ा तरीकाकार वरतिया गया, हाँ कहंदे ना कि जदों किसी ते हमला करना होवे जां तां सिद्धा करो जी, ਜਾਂ ਤਰੀਕਾ ਇਸ ਤਰ੍ਹਾਂ ਦਾ ਵਰਤੋ ਕਿ ਹਮਲੇ ਜਿੱਤੇ ਕਰ ਰਹੇ ਹੋ ਤੇ ਅਸਰ ਹੋਵੇ। ਦੇਖੋ ਸਮੇਂ ਦੀ ਚੋਣ ਤੇ ਤਰੀਕਾ ਦੋਨੇ ਜਿਹੜੇ ਸੀਗੇ ਗਲਤ ਹੋ ਗਏ। ਸਵਾਲ ਬੜਾ ਕਲੀਅਰ ਆ ਕਿ ਤੁਸੀਂ ਚੀਫ ਸੈਕਟਰੀ ਨੂੰ ਟਾਰਗੇਟ ਕਰ ਲਿਆ ਜੀ, ਚੀਫ ਸੈਕਟਰੀ ਨੂੰ ਟਾਰਗੇਟ ਕਰ ਲਿਆ, ਲੇਕਿਨ ਸਾਫ਼-ਸਾਫ਼ ਨਜ਼ਰ ਆਉਂਦਾ ਸੀ ਕਿ ਤੁਹਾਡੇ ਨਿਸ਼ਾਨੇ ਤੇ ਚੀਫ ਸੈਕਟਰੀ ਦਾ ਬੌਸ ਹੈ। ਬਿਲਕੁਲ, ਤੁਸੀਂ ਚੀਫ ਸੈਕਟਰੀ ਨੂੰ ਨਿਸ਼ਾਨੇ ਤੇ ਲੈ ਕੇ ਜੋ ਸੁਨੇਹਾ ਦੇ ਰਹੇ ਹੋ, ਜਿਹਨੂੰ ਸੁਨੇਹਾ ਦੇ ਰਹੇ ਹੋ, ਜੀ ਇਹ ਤਾਂ ਬੜਾ ਸਪਸ਼ਟ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿੱਦਾਂ ਤੁਸੀਂ ਸੁਨੇਹਾ ਦੇਣਾ ਚਾਹਿਆ ਉਦਾਂ ਹੀ ਲਿਆ। ਨਹੀਂ, ਸੁਨੇਹਾ ਤੇ ਇਹਨਾਂ ਨੇ ਆਪ ਦੇ ਦਿੱਤਾ ਜੀ ਕਿ ਇੱਕ ਪਾਸੇ ਤੋਂ ਉਹਦਾ ਵਿਰੋਧ ਕਰ ਦਿੱਤਾ ਚੀਫ ਸੈਕਟਰੀ ਦਾ, ਦੂਸਰੇ ਪਾਸੇ ਕਹਿਤਾ ਜੋ ਕਪਤਾਨ ਸਾਹਿਬ ਕਰਨਗੇ ਸਾਨੂੰ ਮਨਜ਼ੂਰ ਹੈ। ਹੁਣ ਜੇ ਉਹਨਾਂ ਨੇ ਕਰ ਦਿੱਤਾ ਜੋ ਕੁਝ ਉਹਨੂੰ ਚੰਗਾ ਲੱਗਾ ਜਾਂ ਜਿਸ ਤਰ੍ਹਾਂ ਉਹ ਸਟੇਟ ਨੂੰ ਚਲਾਉਣਾ ਚਾਹੁੰਦੇ ਸੀ, ਤੇ ਫਿਰ ਹੁਣ ਉਹਦੇ 'ਚ ਗਲਤ ਕੀ ਰਹਿ ਗਿਆ? ਉਹ ਹੁੰਦਾ ਨਾ ਵੀ ਮੋੜ ਤੇ ਖਲੋ ਕੇ ਪਿੰਡ 'ਚ ਜੀ ਤੇ ਵੱਡੇ ਬੰਦੇ ਦੇ ਖਿਲਾਫ ਗੱਲ ਕਰਾਓ ਜੀ, ਤੇ ਜਦੋਂ ਘਰ ਆ ਜਾਓ, ਹਾਂ ਸਾਹਮਣੇ ਆ ਜਾਓ, ਬਿਲਕੁਲ, ਤੇ ਫਿਰ ਕਹੋ ਨਹੀਂ ਨਹੀਂ ਅਸੀਂ ਤਾਂ ਤੁਹਾਡੀ ਪੈਰ 'ਚ ਪੈਰ ਰੱਖਾਂਗੇ। ਹਾਂ, ਪਰ ਇਹ ਹੋਇਆ ਨਹੀਂ ਨਾ। ਹੋਇਆ ਦੋ ਤਰੀਕੇ ਨਾਲ ਹੋਇਆ। ਗੱਲ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੋਸ਼ਿਸ਼ ਕੀਤੀ ਜੀ ਕਿ ਜਿਹੜਾ ਵਜ਼ੀਰ ਵੇਰ ਗਿਆ, ਬਿਲਕੁਲ, ਹੁਣ ਵਜ਼ੀਰ ਵੀ ਗਲਤੀ ਕਰ ਗਿਆ। ਵਜ਼ੀਰ ਆਪਣੇ ਜ਼ੋਰ ਨੂੰ ਗਲਤਫਹਿਮੀ ਦੇ ਵਿੱਚ ਜ਼ਿਆਦਾ ਸਮਝ ਗਿਆ ਸ਼ਾਇਦ। ਜੀ ਜੀ ਜੀ। ਹੁਣ ਤੁਹਾਨੂੰ ਯਾਦ ਹੀ ਹੈ ਨਵਜੋਤ ਸਿੰਘ ਸਿੱਧੂ ਐਸਾ ਲਿਓ ਲੱਥਿਆ, ਮੁੜ ਕੇ ਉਹ ਪਏ ਤੇ ਨਹੀਂ ਆਇਆ। ਮੈਂ ਕਹਾਂ ਜੀ ਨਵਜੋਤ ਸਿੰਘ ਸਿੱਧੂ ਆਪਣੇ ਜਗ੍ਹਾ ਦੇ ਉੱਤੇ ਇਹਨਾਂ ਦੇ ਸਾਰਿਆਂ ਦੇ ਨਾਲੋਂ ਬਹੁਤ ਜ਼ਿਆਦਾ ਮਜ਼ਬੂਤ ਸੀ, ਔਰ ਜੋ ਕੁਝ ਉਹ ਪਹਿਲੇ ਦਿਨ ਸ਼ੁਰੂ ਤੋਂ ਕਿਹਾ ਸੀ ਉਹ ਉੱਥੇ ਖੜਾ ਸੀਗਾ। ਲੋਕਾਂ ਨੂੰ ਲੱਗਦਾ ਸੀ ਕਿ ਸਾਰੀ ਖੇਡ ਜਿਹੜੀ ਹੈ ਨਵਜੋਤ ਸਿੰਘ ਸਿੱਧੂ ਕੋਲ ਹੈ, ਲੇਕਿਨ ਅੱਜ ਇਹ ਲੜਦੇ ਇਹ ਪਏ ਨੇ, ਲੇਕਿਨ ਨਵਜੋਤ ਸਿੱਧੂ ਪਿੱਛੇ ਰਾਗ ਲੱਭਦਾ ਵੀ ਇਹ ਮੇਰਾ ਹੀ ਆ। ਨਹੀਂ, ਮੈਂ ਤੁਹਾਡੇ ਨਾਲ ਬਿਲਕੁਲ ਐਗਰੀ ਕਰਦਾ। ਸਵਾਲ ਇਹ ਆ ਕਿ ਨਵਜੋਤ ਸਿੰਘ ਸਿੱਧੂ ਵੀ ਇੱਕ ਵੱਡੀ ਗਲਤਫਹਿਮੀ ਦਾ ਸ਼ਿਕਾਰ ਹੋ ਗਿਆ। ਨਵਜੋਤ ਸਿੰਘ ਸਿੱਧੂ ਨੂੰ ਲੱਗਦਾ ਸੀ ਕਿ ਜਿਹੜੇ ਮੇਰੇ ਮਗਰ ਆ ਬੜੇ ਮਜ਼ਬੂਤ ਆ, ਹਾਂ, ਉਹ ਲੱਤ ਢਾ ਕੇ ਖਲੋਣਗੇ ਜੀ, ਲੇਕਿਨ ਪਤਾ ਤੇ ਉਦੋਂ ਲੱਗਿਆ ਕਿ ਅਗਲਿਆਂ ਦੀ ਤੇ ਲੱਤ ਹੀ ਨਹੀਂ। मतलब पता उदो लगा कि जिनके हो गए जिन पे तकिया था वही पत्ते हवा देने लगे भी ये तो मेरे तो कमजोर निकले। लेकिन पंजाबियों ਨੂੰ ਇਹ ਮਿਹਣਾ ਹੈ, ਕਹਿੰਦੇ ਜੇ ਅਜੇ ਵੀ ਨਾ ਸੁਧਰੇ ਜੀ ਦਾਸਤਾਨ ਤੱਕ ਨਾ ਹੋਗੀ ਦਾਸਤਾਨੋਂ में। ਗੱਲ ਇਹ ਹੈ ਕਿ ਸਾਡਾ ਤਾਂ ਰਹਿਣਾ ਹੀ ਕੱਖ ਨਹੀਂ ਜੀ। ਦੇਖੋ ਨਵਜੋਤ ਸਿੰਘ ਸਿੱਧੂ ਦੇ ਉਠਾਏ ਮਸਲੇ ਬਿਲਕੁਲ ਠੀਕ ਸੀ, ਲੇਕਿਨ ਉਹਦਾ ਤਰੀਕਾ ਗਲਤ ਸੀ ਜੀ। ਨਵਜੋਤ ਸਿੰਘ ਸਿੱਧੂ ਜਿਹੜੀ ਗੱਲ ਅੰਦਰ ਕਰਨੀ ਸੀ ਉਹ ਰੈਲੀ 'ਚ ਕਰਦਾ ਹੈ। ਬਿਲਕੁਲ ਸਹੀ ਗੱਲ। ਔਰ ਰੈਲੀ 'ਚੋਂ ਕਰਨ ਤੋਂ ਬਾਅਦ ਉਹ ਕਹਿੰਦਾ ਮੈਂ ਨਹੀਂ ਮੰਨਦਾ ਜੀ।
ਅਮਰਿੰਦਰ ਸਿੰਘ ਨੇ ਪਹਿਲ ਨਹੀਂ ਕੀਤੀ, ਨਵਜੋਤ ਸਿੰਘ ਸਿੱਧੂ ਨੇ ਪਹਿਲ ਕੀਤੀ ਜੀ। ਲੇਕਿਨ ਸਵਾਲ ਇਹ ਸੀ ਕਿ ਨਵਜੋਤ ਸਿੰਘ ਸਿੱਧੂ ਅੰਦਰ ਰਹਿ ਕੇ ਨੌਕ ਕਰਕੇ ਪੰਜਾਬ ਦਾ ਭਲਾ ਕਰ ਸਕਦਾ ਸੀ। ਗੱਲ ਫਿਰ ਉੱਥੇ ਆ ਗਈ। ਹੁਣ ਇਹਨਾਂ ਨੇ ਅੰਦਰ ਬੈਠ ਕੇ ਗੱਲ ਕੀਤੀ, ਲੇਕਿਨ ਉਸ ਗੱਲ ਨੂੰ ਬਾਹਰ ਕੱਢ ਕੇ ਝੱਲ ਜ਼ਰੂਰ ਮਾਰੀ, ਦਿਖਾਇਆ। ਜੇ ਅੰਦਰ ਹੋ ਸਕਦੀ ਸੀ, ਦੇਖੋ ਦੋਨਾਂ 'ਚ ਫਰਕ ਹੈ। ਜਦੋਂ ਅੰਦਰ ਗੱਲ ਹੋਈ ਸੀ ਬੰਦ ਕਮਰੇ 'ਚ, ਤੇ ਉਹ ਗੱਲ ਉੱਥੇ ਹੀ ਮਸਲੇ ਨੂੰ ਅੱਗੇ ਦੱਬਿਆ ਜਾ ਸਕਦਾ ਸੀ, ਹੱਲ ਲੱਭਿਆ ਜਾ ਸਕਦਾ। ਸਰਦਾਰ ਸਾਹਿਬ, ਮੈਂ 2 ਵਾਰੀ ਤੁਹਾਡੇ ਨਾਲ ਡਿਸਕਸ ਕਰ ਚੁੱਕਿਆ ਜੀ ਕਿ ਸਵਾਲ ਆਬਕਾਰੀ ਨੀਤੀ ਦਾ ਨਹੀਂ ਸੀ ਜੀ, ਸਵਾਲ ਤੇ ਦਿਨਾਂ ਤੋਂ ਅੰਦਰ ਤਕਲੀਫ ਦਾ ਸੀ, ਬੇਚੈਨੀ ਦਾ ਸੀ ਜੀ। ਢੁਕਵਾਂ ਮੰਚ ਤੇ ਢੁਕਵਾਂ ਮੌਕਾ ਲੱਭ ਕੇ ਬੇਚੈਨੀ ਬਾਹਰ ਕੱਢਤੀ। ਬਿਲਕੁਲ ਇਹੀ ਆਬਕਾਰੀ ਨੀਤੀ ਦੇ ਉੱਤੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਜਿਹੜੀ ਬਹੁਤ ਚਰਚਿਤ ਮੀਟਿੰਗ ਹੈ ਜਿਹਦੇ ਚੋਂ ਮੰਤਰੀ ਵਾਕਆਊਟ ਕਰਦੇ ਆ ਜੀ, ਉਸ ਤੋਂ ਇੱਕ ਦਿਨ ਪਹਿਲਾਂ ਜਿਹੜੀ ਮੀਟਿੰਗ ਹੁੰਦੀ ਆ ਉਹਦੇ ਵਿੱਚ ਉਸੇ ਹੀ ਖਰੜੇ ਤੇ ਵਿਚਾਰ ਹੋਣਾ ਸੀ, ਉਸੇ ਖਰੜੇ ਤੇ ਹੋਣਾ। ਲੇਕਿਨ ਉਸੇ ਖਰੜੇ ਨੂੰ ਮੰਤਰੀਆਂ ਨੂੰ ਦਿੱਤਾ ਗਿਆ ਕਿ ਕੱਲ ਕਰ ਲਿਓ। ਵਿਚਾਰ ਤੇ ਹੋਇਆ ਹੀ ਨਾ ਜੀ। ਵਿਚਾਰ ਪਾਲਿਸੀ ਤੇ ਨਹੀਂ ਕੀਤਾ ਮੰਤਰੀਆਂ ਨੇ ਨਾ, ਵਿਚਾਰ ਪਾਲਿਸੀ ਤੇ ਨਹੀਂ ਕੀਤਾ। ਵਿਚਾਰ ਇਹ ਕੀਤਾ ਕਿ ਹਮਲੇ ਤੇ ਕਿਹਨੂੰ ਲੈਣਾ, ਬਿਲਕੁਲ, ਤੇ ਮੈਸੇਜ ਕਿਹਨੂੰ ਪਹੁੰਚਾਉਣਾ ਜੀ। ਲੇਕਿਨ ਜੇ ਪਹੁੰਚਾ ਹੀ ਦਿੱਤਾ ਸੀ ਤੇ 4 ਦਿਨ ਖਲੋ ਕੇ ਤੇ ਵਹਿੰਦੇ ਸਟੈਂਡ ਤੇ ਨਹੀਂ। ਫਿਰ ਗੱਲ ਤੇ ਫਿਰ ਉੱਥੇ ਆ ਗਈ ਕਿ ਇੱਕ ਲਾਈਨ ਦੇ ਉੱਤੇ ਜਦੋਂ ਤੁਸੀਂ ਫਿਰ ਦੁਬਾਰਾ ਇਹ ਕਹਿ ਗਏ ਆਖਰੀ ਵਾਰ, ਦੇਖੋ ਦੁਰਦਾ ਸੀ ਤੁਹਾਡੇ ਅੰਦਰ, ਇਹ ਵੀ ਪੱਕਾ ਸਟੈਂਡ ਨਹੀਂ ਸੀ, ਸਟੈਂਡ ਤੇ ਲੈ ਲਿਆ। ਪਹਿਲਾਂ ਕਹਿਤਾ ਕਿ ਨਹੀਂ ਇਹਨਾਂ ਆ ਕਿਹਾ, ਤੁਸੀਂ ਮੁੱਦੇ ਤੇ ਨਹੀਂ ਬੋਲੇ ਜੀ। ਆਬਕਾਰੀ ਨੀਤੀ ਅੱਜ ਕਿੱਥੇ ਖੜੀ ਹੈ? ਉਸ ਤੋਂ ਬਾਅਦ ਉੱਤੇ ਤੇ ਗੱਲ ਹੀ ਕਿਸੇ ਨੇ ਨਹੀਂ ਕੀਤੀ। ਹੁਣ ਆਬਕਾਰੀ ਨੀਤੀ ਕਿੱਥੇ ਖੜੀ ਹੈ? ਮੈਂ ਕਿਹਾ ਜੀ ਉੱਤੇ ਗੱਲ ਹੀ ਨਹੀਂ ਹੋਈ। ਜਿਹੜਾ ਕਹਿ ਜਾ ਸਕਦਾ ਸੀ 2200 ਕਰੋੜ ਦਾ ਘਾਟਾ ਪੈ ਰਿਹਾ, 5600 ਕਰੋੜ ਦਾ ਘਾਟਾ ਪੈ ਰਿਹਾ, ਅੱਜ ਉਹਦੀ ਕਿਸੇ ਨੂੰ ਚਿੰਤਾ ਹੈ? ਮੈਂ ਕਿਹਾ ਸਰਦਾਰ ਸਾਹਿਬ, ਸਾਡਾ ਰੌਲਾ ਹੀ ਇਹੀ ਸਦਾ ਰਿਹਾ ਪੰਜਾਬੀਆਂ ਦਾ ਕਿ ਪੰਜਾਬ ਦੀ ਸਿਆਸਤ ਮੁੱਦਿਆਂ ਤੇ ਨਹੀਂ ਬੰਦਿਆਂ ਤੇ ਹੈ। ਲੇਕਿਨ ਇੱਥੇ ਤੇ ਕੈਬਨਿਟ ਮੁੱਦਾ ਲੈ ਕੇ ਮੁੱਦੇ ਤੋਂ ਭੱਜ ਗਈ। ਬਿਲਕੁਲ। ਹੁਣ ਅਗਲੇ ਸਵਾਲ ਹੋਰ ਆ ਕਿ ਤੁਸੀਂ ਟਾਰਗੇਟ ਤੇ ਲੈਨੇ ਹੋ ਚੀਫ ਸੈਕਟਰੀ ਜੀ, ਲੈਨੇ ਹੋ ਰੈਵਨਿਊ ਘਾਟੇ ਕਰਕੇ, ਬਿਲਕੁਲ ਸੁਨੇਹਾ ਲਾਉਨੇ ਹੋ ਤੁਸੀਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ, ਤੇ ਮੁੜ ਕੇ ਅਗਲੇ ਦਿਨ ਅਮਰਿੰਦਰ ਸਿੰਘ ਦੇ ਘਰੇ ਜਾ ਕੇ ਮੀਟਿੰਗ ਦੇ ਵਿੱਚ ਇਹ ਕਹਿੰਦੇ ਹੋ ਕਿ ਸਾਨੂੰ ਤੁਸੀਂ ਮਾਈ ਬਾਪ ਹੋ, ਸਾਨੂੰ ਮਨਜ਼ੂਰ ਹੋ। ਹਾਂ ਹਾਂਜੀ। ਤੇ ਫਿਰ ਉਹੀ ਆਬਕਾਰੀ ਨੀਤੀ ਜਿਹੜੀ 40 ਪੇਜ ਦਾ ਖਰੜਾ ਜਿਹਦੀ ਤੁਸੀਂ ਗੱਲ ਕਰਦੇ ਹੋ, ਉਹਨੂੰ ਕੈਪਟਨ ਅਮਰਿੰਦਰ ਸਿੰਘ ਪ੍ਰਵਾਨਗੀ ਦੇ ਦਿੰਦੇ ਨੇ। ਇਸ ਤੋਂ ਅਗਲੀ ਗੱਲ ਫਿਰ ਫਿਰ ਇਹ ਵੇਖਿਆ ਗਿਆ, ਕੈਪਟਨ ਅਮਰਿੰਦਰ ਸਿੰਘ ਨੇ ਕੋਸ਼ਿਸ਼ ਕੀਤੀ ਕਿ ਆਪਣਾ ਸਭ ਤੋਂ ਵਧੀਆ ਦੂਤ ਜੀ, ਇੱਕ ਮੰਤਰੀ ਬਿਲਕੁਲ ਭੇਜ ਦਿੰਨੇ। ਬਿਲਕੁਲ ਉਹ ਮੰਤਰੀ ਗਿਆ, ਮੰਤਰੀ ਜੇ ਘਰ ਆ ਹੀ ਗਿਆ ਤੇ ਜਿਹੜੀ ਅੰਦਰ ਦੀ ਗੱਲ ਸੀ, ਹੁਣ ਗੱਲ ਇਹ ਆ ਵੀ ਪਹਿਲੀ ਗੱਲ ਤੇ ਤ੍ਰਿਪਤ ਨੇ ਵੀ ਗੱਲ ਚੰਗੀ ਨਹੀਂ ਕੀਤੀ ਵੀ ਬੰਦੇ ਤੇ ਬਣ ਜਾਓ ਪੁੱਤ, ਨਹੀਂ ਤੇ ਅਗਲੇ ਦੇਣਗੇ ਟੰਗ। ਦੇਖੋ ਮਾਫੀ ਚਾਹੁੰਦਾ, ਸਾਡੇ ਸ਼ਬਦ ਗਲਤ ਆ, ਲੇਕਿਨ ਜੋ ਚੰਨੀ ਸਾਹਿਬ ਨੇ ਕਿਹਾ ਸੀ ਗੱਲ ਤੇ ਇਹੋ ਹੀ ਸੀ ਵੀ ਉਹ ਮੈਨੂੰ ਧਮਕੀ ਦੇ ਗਏ ਵੀ ਪੁਰਾਣੇ ਕੇਸ ਆ, ਅਫਸਰ ਨਾਰਾਜ਼ ਹੋ ਗਏ, ਨਿਕਲ ਵੀ ਸਕਦੇ ਆ। ਰੰਧਾਵਾ ਸਾਹਿਬ ਗੱਲਾਂ ਤੇ ਬੜੀਆਂ ਸਾਫ਼ ਨੇ ਕਿ ਅਸੀਂ ਇੱਕ ਸ਼ਬਦ ਵਰਤਦੇ ਆ, ਇਹ ਪਾਰਲੀਮੈਂਟਰੀ ਲੈਂਗੁਏਜ ਹੈ। ਜਿਹੜੀ ਭਾਸ਼ਾ ਪਾਰਲੀਮੈਂਟ ਦੇ ਅੰਦਰ ਦਰਜ ਹੋ ਸਕਦੀ ਆ ਉਹ ਪਾਰਲੀਮੈਂਟਰੀ ਆ। ਤੇ ਜਦੋਂ ਇੱਕ ਮੰਤਰੀ ਦੂਸਰੇ ਮੰਤਰੀ ਦੇ ਘਰ ਚ ਗਿਆ ਆ ਤੇ ਫਿਰ ਉਹ ਕਿੰਨੀ ਕੁ ਹੋਏਗੀ, ਫਿਰ ਅਪਣੱਤ ਵੀ ਹੁੰਦੀ ਆ। ਪਰ ਮੈਂ ਤੁਹਾਨੂੰ ਕਹਾਂ ਇੱਥੇ ਚੰਨੀ ਠੀਕ ਲੱਗਦੇ ਆ ਜੀ। ਚਰਨਜੀਤ ਸਿੰਘ ਚੰਨੀ ਨੇ ਉਹ ਗਿਲਾ ਠੀਕ ਜਾਇਜ਼ ਕੀਤਾ ਕਿ ਮੇਰੀ ਤ੍ਰਿਪਤ ਰਜਿੰਦਰ ਸਿੰਘ ਬਾਜਵੇ ਨਾਲੋਂ ਸੀਨੀਅਰਟੀ ਵੱਧ ਆ। ਉਹ ਕਿੱਦਾਂ ਅਹੁਦਿਆਂ ਦੇ ਹਿਸਾਬ ਨਾਲ ਹੁੰਦੀ ਨਾ, ਵੀ ਮੈਂ ਤੇ ਜਿਹੜਾ ਵਿਰੋਧੀ ਧਿਰ ਦਾ ਨੇਤਾ ਰਿਹਾ ਜੀ, ਮੈਂ ਵਿਰੋਧੀ ਧਿਰ ਦਾ ਨੇਤਾ ਰਿਹਾ ਵਾਂ ਜੀ, ਔਰ ਮੇਰਾ ਜਿਹੜਾ ਵਾ ਉਹ ਰੁਤਬਾ ਵੱਡਾ ਹੈ ਜੀ, ਔਰ ਮੈਂ ਸੀਨੀਅਰ। ਇਸ ਕਰਕੇ ਉਹਨਾਂ ਨੂੰ ਲੱਗਿਆ ਕਿ ਜੇਕਰ ਮੇਰੇ ਨਾਲ ਗੱਲ ਕਰਨੀ ਸੀ ਤੇ ਕੈਪਟਨ ਅਮਰਿੰਦਰ ਸਿੰਘ ਸਿੱਧੀ ਕਰ ਲੈਂਦੇ। ਅੱਛਾ। ਦੂਜੀ ਗੱਲ ਇਹ ਵੀ ਸੀ, ਕੈਪਟਨ ਅਮਰਿੰਦਰ ਸਿੰਘ ਸੋਚਦੇ ਵੀ ਚਲੋ ਬੰਦਾ ਆਪਣਾ ਵਾ, ਇਨਾਮ ਵੀ ਦਿੱਤਾ। ਦੇਖੋ 550 ਸਾਲਾਂ ਦੇ ਸਬੰਧ ਚ ਜਿਹੜਾ ਚੰਨੀ ਨੇ ਕੰਮ ਕੀਤਾ, ਇਨਾਮ ਵੀ ਦਿੱਤਾ, ਸਨਮਾਨ ਕੀਤਾ, ਚਿੱਠੀ ਦਿੱਤੀ। ਹਾਲਾਂਕਿ ਦੋਨਾਂ ਨੇ ਕੰਮ ਕੀਤਾ ਸੀ, ਸੁਖਜਿੰਦਰ ਸਿੰਘ ਸੁਖੀ ਰੰਧਾਵਾ ਨੇ ਔਰ ਚਰਨਜੀਤ ਸਿੰਘ ਚੰਨੀ ਨੇ। ਸਾਰੀ ਜਿਹੜੀ ਸੀ ਇਹਨਾਂ ਦੀ ਸਾਂਝੀ ਮਿਹਨਤ ਸੀ। ਲੇਕਿਨ ਜਿਹੜਾ ਇਨਾਮ ਮਿਲਿਆ ਉਹ ਚਰਨਜੀਤ ਸਿੰਘ ਚੰਨੀ ਨੂੰ ਮਿਲਿਆ। ਲੇਕਿਨ ਰੰਧਾਵਾ ਸਾਹਿਬ ਜਦੋਂ ਕੋਈ ਇੰਨਾ ਮਾਣ ਦਿੰਦਾ ਹੋਵੇ ਤੇ ਫਿਰ ਉਹ ਆਪਣਾ ਸੁਨੇਹਾ ਵੀ ਭੇਜ ਦੇਵੇ। ਪੁਰਾਣੇ ਦਿਨਾਂ ਕਹਿੰਦੇ ਸੀ ਕਾਂ ਸੁਨੇਹਾ ਆਇਆ, ਠੀਕ ਹੈ, ਤੇ ਜੇ ਦੂਤ ਸੁਨੇਹਾ ਲੈ ਕੇ ਆ ਗਿਆ ਤੇ ਉਹਦੇ ਨਾਲ ਕੋਈ ਮਾਣ ਸਨਮਾਨ ਘਟਿਆ ਨਹੀਂ। ਅੱਛਾ, ਵੈਸੇ ਸਰਦਾਰ ਚਰਨਜੀਤ ਸਿੰਘ ਚੰਨੀ ਇਹ ਤੇ ਮਹਿਸੂਸ ਕਰਦੇ ਹੋਣਗੇ ਕਿ ਯਾਰ ਇੱਕੋ ਦਿਨ ਦੀ ਪਬਲਿਸਿਟੀ ਮਿਲੀ, ਬਾਅਦ ਚ ਤੇ ਕੋਈ ਪੱਤਰਕਾਰ ਕੈਮਰਾ ਲੈ ਕੇ ਵੀ ਨਹੀਂ ਆਇਆ। ਉਦਣ ਤਾਂ ਹੋ ਹੱਲਾ ਸੀ, ਵਾਰੀ ਨਹੀਂ ਸੀ ਆਉਂਦੀ ਕਹਿੰਦੇ। ਮੁੜ ਕੇ ਤੇ ਕਹਿੰਦੇ ਕੋਠੀ ਭਾਂ ਕਰਦੀ ਆ, ਨਾ ਕੋਈ ਅਫਸਰ ਜਾਂਦਾ ਉਧਰ ਨੂੰ,
ਕਿ ਮੁੱਖ ਮੰਤਰੀ ਨਾਰਾਜ਼ ਨਾ ਹੋ ਜੇ ਤੇ ਨਾ ਕੋਈ ਕੈਮਰੇ ਵਾਲਾ ਹੀ ਜਾਂਦਾ ਕਿ ਉਹਨਾਂ ਦਾ ਪੱਖ ਲੈ ਆਈਏ। ਇਹ ਚਾਨਣੀ 4 ਦਿਨ ਦੀ ਵੀ ਨਹੀਂ ਰਹਿੰਦੀ, ਰੰਧਾਵਾ ਇਹ ਤਾਂ ਇੱਕੋ ਦਿਨ ਚ ਮੁੱਕ ਜਾਂਦੀ। ਰੰਧਾਵਾ ਸਾਹਿਬ, ਇਹ ਬੜੀ ਪੁਖਤਾ ਗੱਲ ਹੈ, ਅਜਮਾਈ ਹੋਈ ਹੈ। ਉਹ ਕਹਿੰਦੇ ਕਿ ਜਿਹੜੀਆਂ ਘੁੰਮਣ ਵਾਲੀਆਂ ਕੁਰਸੀਆਂ ਨੇ ਨਾ, ਇਹਨਾਂ ਦਾ ਮਕਸਦ ਹੀ ਇਹੋ ਆ ਕਿ ਜਿੱਧਰ ਨੂੰ ਸੱਤਾ ਆ ਉਧਰ ਨੂੰ ਮੂੰਹ ਕਰ ਲਓ ਤੇ ਬਾਕੀ ਥੋੜੀ ਬਹੁਤੀ ਥੱਲੇ ਪਈਏ ਦੇ ਹਿਲਾ ਕੇ ਸਿੱਧੇ ਕਰ ਲਓ। ਪਰ ਹੁਣ ਜਦੋਂ ਕਿਸੇ ਨੂੰ ਆਸ ਨਹੀਂ ਇਧਰੋਂ ਲੱਭਣ ਦੀ, ਜਦੋਂ ਹਰਕ ਨੂੰ ਦਿਸਦਾ ਪਿਆ ਵੀ ਇੱਧਰ ਜਿਹੜਾ ਸੂਰਜ ਚੜ੍ਹਨ ਡਿਆ, ਤੇ ਫਿਰ ਅਗਲਿਆਂ ਨੇ ਇੱਧਰ ਦੇਖਣਾ। ਪਰ ਇੱਕ ਚੀਜ਼ ਆ, ਹੁਣ ਇੱਥੋਂ ਜਿਹੜੀ ਗੱਲ ਗਾਂ ਤੁਰਦੀ ਪਈ ਆ, ਉਹ ਸਿਆਸੀ ਗਲਿਆਰਿਆਂ 'ਚ ਅੰਦਰ ਦੀ ਚਰਚਾ ਇਹ ਆ ਕਿ ਬੜੀ ਸੰਜੀਦਗੀ ਨਾਲ ਮੱਥਾਪੱਚੀ ਹੋ ਰਹੀ ਆ ਕਿ ਜਿਹੜੇ ਅੱਖਾਂ ਵਿਖਾਉਂਦੇ ਆ ਉਹ ਥੋੜੇ ਹੌਲੇ ਨਾ ਕਰ ਲਈਏ। ਦੇਖੋ, ਤੁਹਾਨੂੰ ਯਾਦ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਬਾਅਦ ਜੀ ਆਪਣੇ ਰਾਣਾ ਗੁਰਜੀਤ, ਬਿਜਲੀ ਮਹਿਕਮੇ ਵਾਲੇ ਗੁਰਜੀਤ ਕਿੰਨਾ ਉਹਨਾਂ ਨੇ ਮਤਲਬ ਕੀਤਾ। ਰੌਲਾ ਤਾਂ ਇੱਕ ਮਹਿਕਮੇ ਦਾ ਹੀ ਸੀ। ਉਹ ਅੱਜ ਵੀ ਕੋਸ਼ਿਸ਼ਾਂ ਜਾਰੀ ਨੇ, ਔਰ ਐਸੇ ਵਫਾਦਾਰ ਜਿਹੜੇ ਆ, ਕੋਈ ਕਮੀ ਵੀ ਨਹੀਂ ਰਹਿ ਜਾਏਗੀ। ਵਫਾਦਾਰ ਜਦੋਂ ਇਹੋ ਜਿਹੇ ਹਾਲਾਤ ਪੈਦਾ ਹੋ ਜਾਂਦੇ ਨੇ, ਫਿਰ ਅਗਲਾ ਕਹਿੰਦਾ ਕਿ ਠੀਕ ਹੈ, ਹੁਣ ਤੁਸੀਂ ਤੇ 2-3 ਵਾਰੀ ਨਹੀਂ ਹਟੇ ਤੇ ਲੋ ਫਿਰ ਹੁਣ ਆ ਲੋ ਫੜੋ, ਫਿਰ ਤੁਹਾਡਾ ਰੋਸਾ ਵੀ ਠੀਕ ਹੈ ਤੇ ਮੇਰਾ ਵੀ। ਸਿਆਸਤ ਦਾ ਇੱਕ ਅਸੂਲ ਆ, ਮੈਂ ਤੇ ਪੱਕਾ ਪੱਲੇ ਬੰਨਿਆ, ਤੁਸੀਂ ਵੀ ਨਾ ਜਾਣ ਦਿਆ ਕਰੋ ਹੱਥੋਂ। ਕਹਿੰਦੇ ਮੌਕਾ ਆਵੇ ਖੰਜਾਉਣਾ ਨਹੀਂ ਚਾਹੀਦਾ। ਅੱਛਾ, ਆ ਵੇਖਿਆ ਨਹੀਂ ਤੁਸੀਂ ਅਮਰਿੰਦਰ ਸਿੰਘ ਰਾਜਾ ਵੜਿੰਗ? ਪਹਿਲੇ ਸੱਦੇ ਤੇ ਇਕੜਾ ਚ ਕਹਿੰਦੇ ਸਾਡਾ ਮੁੱਖ ਮੰਤਰੀ, ਅਸੀਂ ਤੇ ਜਾਣਾ ਹੀ ਜਾਣਾ। ਬਿਲਕੁਲ, ਸਭ ਤੋਂ ਵੱਡੇ ਟਵੀਟ ਜਿਹੜੇ ਸੀ ਜਿਨ੍ਹਾਂ ਦੀ ਝੜੀ ਲਾਤੀ ਸੀ, ਉਹਦੇ ਵਿੱਚ ਤਾਂ ਇਹੀ ਸੀ ਨਾ ਰਾਜਾ ਵੜਿੰਗ। ਤੇ ਰਾਜਾ ਵੜਿੰਗ ਹੋਣੀ ਸਭ ਤੋਂ ਅੱਗੇ ਮੂਰੇ ਲੰਚ ਖਾ ਕੇ ਉਹ ਕਹਿੰਦੇ ਸਾਡੇ ਮੁੱਖ ਮੰਤਰੀ ਆ, ਅਸੀਂ ਤੇ ਰੋਜ਼ ਜਾਵਾਂਗੇ। ਨਹੀਂ, ਸਭ ਤੋਂ ਪਹਿਲਾਂ ਉਹਨਾਂ ਨੇ ਟਵੀਟ ਕੀਤੇ 3, ਸਭ ਤੋਂ ਪਹਿਲਾਂ 3 ਟਵੀਟ ਕਰਨ ਵਾਲੇ ਵੀ ਉਹ ਹੀ। ਔਰ ਹੁਣ ਹਾਲਾਤ ਜਿਹੜੇ ਆ, ਹੁਣ ਹਾਲਾਤ ਹੋਰ ਪਾਸੇ ਤੁਰ ਪਏ ਨੇ। ਪਹਿਲਾਂ ਦੋਸ਼ ਇਹ ਲਾਉਂਦੇ ਸੀ, ਜਾਣ ਕੇ ਕੀ ਸੀ, ਸੱਚ ਕੀ ਆ, ਗਲਤ ਕੀ ਆ, ਇਹ ਉਹ ਜਾਣਦੇ ਨੇ। ਪਹਿਲਾਂ ਸੀ ਜੀ ਕਿ ਚੀਫ ਸੈਕਟਰੀ ਦੇ ਸਬੰਧ ਨੇ ਇਹ ਸ਼ਰਾਬ ਦੇ ਨਾਲ। ਹੁਣ ਜਦੋਂ ਛੇਕ ਜਿਹੜਾ ਥੱਲੇ ਤੱਕ ਚੱਲਣ ਜਾਗ ਪਿਆ ਵੀ ਇੱਥੇ ਵੀ ਭਾਈਵਾਲੀ ਆ, ਇੱਥੇ ਦੋਨੇ ਧਿਰਾਂ ਨੇ, ਇੱਥੇ ਵੀ ਦੋਨੇ ਧਿਰਾਂ ਨੇ, ਇੱਥੇ ਵੀ ਦੋਨੇ ਧਿਰਾਂ ਨੇ, ਤੇ ਜਿਹੜੇ ਬਾਕੀ ਥੱਲੇ ਬੈਠੇ ਆ, ਜਿਹੜੇ ਆਰਾਮ ਨਾਲ ਕੰਮ ਕਰਦੇ ਹੋਣਗੇ ਮਿਲ ਕੇ, ਉਹ ਕਹਿੰਦੇ ਹੋਣੇ ਆ ਕਪਤਾਨ ਸਾਹਿਬ ਸਾਡਾ ਕੀ ਦੋਸ਼ ਸੀ, ਲੜਾਈ ਦੇ ਇਹਨਾਂ ਦੀ ਸੀ, ਪਾ ਸਾਡੇ ਗੱਲ ਦਿੱਤੀ। ਇੱਕ ਹੋਰ ਬੜਾ ਰੌਚਕ ਪੱਖ ਆਉਂਦਾ, ਕਹਿੰਦੇ ਸਾਰੀ ਦੁਨੀਆ ਕਰੋਨਾ ਨਾਲ ਲੜਦੀ। ਬਿਲਕੁਲ, ਕਹਿੰਦੇ ਦੁਨੀਆ ਦਾ ਮੁਹਾਂਦਰਾ ਬਦਲ ਜੂ, ਅੱਗੇ ਨਾਲੋਂ ਲੋਕਾਂ ਦੀ ਸੋਚ ਬਦਲ ਜੂ। ਬਿਲਕੁਲ, ਤੇ ਕਹਿੰਦੇ ਪੰਜਾਬ ਦੇ ਵਿੱਚ ਸ਼ਰਾਬ ਦੀ ਲੜਾਈ ਹੋਈ ਜਾਂਦੀ ਹੈ। ਉਹ ਕਹਿੰਦੇ ਪੰਜਾਬੀਆਂ ਦੀ ਸੰਜੀਦਗੀ ਦੇਖੋ, ਬੜੇ ਥਾਵਾਂ ਤੇ ਬਹਿਸ ਚੱਲਦੀ, ਕਹਿੰਦੇ ਕਿਆ ਸੰਜੀਦਗੀ ਆ ਵੀ ਜੁੱਤੀ ਸ਼ਰਾਬ ਤੇ ਕਾਲੀਏ ਕਹਿੰਦੇ ਤੁਸੀਂ ਵੇਚਦੇ ਹੋ, ਉਹ ਕਾਲੀਆਂ ਦੇ ਬੰਦੇ ਕੱਢ ਕੇ ਫੜਾਈ ਜਾਂਦੇ। ਹੁਣ ਇੱਥੋਂ ਸਭ ਤੋਂ ਅਹਿਮ ਚੀਜ਼ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਥੋੜੀ ਜੀ ਨਾਰਾਜ਼ਗੀ ਜਾਇਜ਼ ਆ। ਉਹ ਕਹਿੰਦੇ ਕਿ ਮੈਂ ਚੰਗੀ ਭਲੀ ਲੜਾਈ ਲੜਦਾ ਸੀ, ਆ ਮੇਰਾ ਧਿਆਨ ਭਟਕਾਤਾ। ਗੱਲ ਕੀ ਸੀ, ਸ਼ਰਾਬ ਠੀਕ ਕਰ ਲੈਂਦੇ, ਅੱਗੇ ਵੀ ਤੇ ਪੰਜਾਬੀ ਪੀਂਦੇ ਆਏ। ਉਹ ਤੁਸੀਂ ਇੱਕ ਚੁਟਕਲਾ ਨਹੀਂ ਸੀ ਅੱਜ ਸੁਣਾਉਣ ਦੇ ਮੈਨੂੰ ਵੀ, ਉਹ ਕਹਿੰਦੇ ਜੀ ਅਖੇ ਕੀ ਕਹਿੰਦੇ ਸੀਗੇ ਕਿ ਜੇ ਸ਼ਰਾਬੀ ਦੇ ਫੇਫੜੇ ਖਰਾਬ ਹੋ ਜਾਣ, ਕਹਿੰਦਾ ਜੇ ਸ਼ਰਾਬੀ ਦੇ ਹੁਣ ਕਹਿੰਦਾ ਫੇਫੜੇ ਕਹਿੰਦਾ ਗਲ ਜਾਣ ਤੇ ਸਮਝ ਲਓ ਕਹਿੰਦਾ ਵੀ ਆਰਥਿਕਤਾ ਜਿਹੜੀ ਖਤਮ ਹੋ ਗਈ। ਨਹੀਂ, ਇਹ ਲਿਵਰ ਨਾਲ ਜੁੜਦੀ ਹੈ ਸ਼ਾਇਦ, ਆਂਦੇ ਦਾਰੂ ਵਾਲੀ ਗੱਲ ਵੀ ਜੇ ਲਿਵਰ ਖਰਾਬ ਹੋ ਜੇ, ਦੇਸ਼ ਸੇ ਮਰ ਗਿਆ ਪੈਸੇ ਪੱਖੋਂ। ਬਿਲਕੁਲ, ਔਰ ਨਹੀਂ, ਇੱਥੋਂ ਤੱਕ ਲੋਕਾਂ ਨੇ ਕਿਹਾ ਕਿ 45 ਦਿਨ ਦੇ ਵਿੱਚ ਸ਼ਰਾਬੀਆਂ ਨੇ ਤੇ ਬਰਦਾਸ਼ਤ ਕਰ ਲਿਆ, ਸ਼ਰਾਬ ਤੋਂ ਬਿਨਾਂ ਰਹਿ ਲਏ, ਲੇਕਿਨ ਸਰਕਾਰ ਜਿਹੜੀ 45 ਦਿਨ 'ਚ ਸ਼ਰਾਬ ਦੀ ਵਿਕਰੀ ਤੋਂ ਬਿਨਾਂ ਨਹੀਂ ਰਹਿ ਸਕੀ। ਲੇਕਿਨ ਸਵਾਲ ਇਹ ਆ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਇਹ ਸ਼ਰਾਬ ਆ ਜਾਂ ਕੀ ਆ, ਲੇਕਿਨ ਜਦੋਂ ਮੁੱਦਾ ਇਹ ਆ ਕਿ ਆਖਰ ਸਰਕਾਰ ਦੀ ਜਿਹੜੀ ਸਰਵਾਈਵਲ ਹੈ, ਸਰਕਾਰ ਕਿੱਥੋਂ ਬਚਦੀ ਹੈ। ਕੋਈ ਇਹ ਤੇ ਹੈ ਨਹੀਂ ਕਿ ਰਾਤੋਂ ਰਾਤ ਵੀ ਸ਼ਰਾਬ ਦੀ ਨੀਤੀ ਲਾਗੂ ਕੀਤੀ ਗਈ। ਟੈਕਸ ਪਹਿਲਾਂ ਵੀ ਆਉਂਦਾ ਸੀ, ਟੈਕਸ ਹੁਣ ਵੀ ਆਉਣਾ, ਟੈਕਸ ਅੱਗੇ ਵੀ ਆ, ਇਹ ਨੀਤੀਆਂ ਬਣਦੀਆਂ ਰਹਿਣੀਆਂ। ਲੇਕਿਨ ਸਵਾਲ ਇਹ ਸੀ ਕਿ ਹੁਣ ਤੇ ਤੁਹਾਡੇ ਕੋਲ ਆਮਦਨ ਦਾ ਸਰੋਤ ਵੀ ਦੱਸੋ ਨਾ ਉਹਨਾਂ ਨੂੰ। ਬਿਲਕੁਲ, ਤੁਸੀਂ ਚੀਫ ਸੈਕਟਰੀ ਬਦਲ ਲਓ, ਲੇਕਿਨ ਉਹ ਕਿਹੜਾ ਹੈ? ਪਹਿਲਾਂ ਤੇ ਉਹ ਜਿਹੜਾ ਮਤਾ ਉਹਨਾਂ ਨੇ ਪਾਸ ਕਰ ਦਿੱਤਾ ਆ, ਜਿਹੜੀ ਨੀਤੀ ਪਾਸ ਕਰ ਦਿੱਤੀ ਆ, ਤੁਸੀਂ ਪ੍ਰਵਾਨ ਕਰ ਚੁੱਕੇ ਹੋ, ਹੁਣ ਤੁਹਾਡਾ ਝਗੜਾ ਕਾਹਦਾ ਰਹਿ ਗਿਆ ਫਿਰ? ਇਹ ਝਗੜਾ ਤੇ ਕੋਈ ਨਹੀਂ, ਗੱਲ ਇਹ ਹੈ ਕਿ ਅਸਲ 'ਚ ਮੁੱਦਾ ਇਹ ਹੈ ਕਿ ਕੀ ਕੈਪਟਨ ਅਮਰਿੰਦਰ ਸਿੰਘ ਇਸ ਲੜਾਈ ਨੂੰ ਠੰਡੇ ਬਸਤੇ 'ਚ ਪਾਉਣਗੇ, ਜਾਂ ਇਸ ਲੜਾਈ ਤੋਂ ਬਾਅਦ ਉਹ ਇਸ ਗੱਲ ਤੇ ਮਿਹਨਤ ਕਰਨਗੇ ਕਿ ਕਿਹੜੇ ਬੰਦੇ ਮੌਕਾ ਆਉਣ ਤੇ ਖਰਾਬ ਕਰ ਸਕਦੇ। ਰਾਜਨੀਤੀ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਬਹੁਤ ਕੁਝ ਖੱਟਿਆ ਨਹੀਂ, ਲੋਕ ਹਿੱਤਾਂ ਦੀ ਰਾਜਨੀਤੀ ਹੋਈ ਨਹੀਂ ਰਹੀ, ਸਰਕਾਰ ਲੋਕ ਹਿੱਤਾਂ ਲਈ ਬਹੁਤ ਉਸਾਰੂ ਨਹੀਂ ਕਰਦੀ,
ਚਲੋ ਠੀਕ ਹੈ, ਮਹਾਂਮਾਰੀ ਦੇ ਦੌਰ ਦੇ ਵਿੱਚ ਯੁੱਧ ਲੜਨਾ ਸਭ ਦੀ ਡਿਊਟੀ ਸੀ, ਸਰਕਾਰ ਦੀ ਜ਼ਿੰਮੇਵਾਰੀ ਸੀ ਨਾਗਰਿਕਾਂ ਲਈ ਸੋਚਣਾ, ਲੇਕਿਨ ਨੀਤੀਆਂ ਬਣਾਉਣ ਦੇ ਮਾਮਲੇ 'ਚ ਪੰਜਾਬ ਦੇ ਲੋਕਾਂ ਨੂੰ ਬਹੁਤਾ ਧਿਆਨ 'ਚ ਨਹੀਂ ਰੱਖਿਆ ਗਿਆ। ਜੇ ਆਬਕਾਰੀ ਨੀਤੀ ਦੀ ਗੱਲ ਵੀ ਕਰੀਏ, ਜੇ ਸ਼ਰਾਬ ਪੰਜਾਬ 'ਚ ਬਹੁਤ ਵਿਕੀ ਹੈ, ਉਹਦਾ ਜੇ ਸੂਬੇ ਦੇ ਇਨਫਰਾਸਟ੍ਰਕਚਰ ਨੂੰ ਫਾਇਦਾ ਹੁੰਦਾ, ਜੇ ਕੋਈ ਰੈਵਨਿਊ ਆਉਂਦਾ, ਤੇ ਚਲੋ ਮੰਨਿਆ ਜਾ ਸਕਦਾ ਸੀ ਕਿ ਇਹ ਇੱਕ ਪੰਜਾਬ ਦੀ ਧਿਰਾ ਰੈਵਨਿਊ ਦੇ ਮਾਮਲੇ 'ਚ। ਲੇਕਿਨ ਜੇ ਸ਼ਰਾਬ ਵੀ ਅੰਨ੍ਹੇਵਾਹ ਗਈ, ਘਰ ਘਰ ਤੱਕ ਪਹੁੰਚਾਤੀ, ਲੇਕਿਨ ਉਹਦਾ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੋਇਆ। ਔਰ ਸਭ ਤੋਂ ਵੱਡੀ ਗੱਲ ਸਰਦਾਰ ਸਾਹਿਬ ਜਿਹੜੀ ਖਤਰਨਾਕ ਹੈ ਕਿ ਤੁਸੀਂ ਆਮ ਲੋਕ, ਹੁਣ ਇਹ ਸ਼ਰਾਬ ਆਮ ਸਧਾਰਨ ਘਰਾਂ ਦਾ ਹਿੱਸਾ ਬਣ ਗਈ ਹੈ, ਹਿੱਸਾ ਬਣ ਗਈ ਹੈ ਕਿ ਨਹੀਂ? ਉਹ ਸ਼ਰਾਬ ਦਾ ਪਤਾ ਹੀ ਨਹੀਂਗਾ ਕਿ ਉਹ ਠੀਕ ਹੈ ਕਿ ਗਲਤ ਹੈ। ਬਿਲਕੁਲ ਉਹ ਮਿਲਾਵਟੀ ਆ। ਔਰ ਜਿਹੜੀ ਸ਼ਰਾਬ ਠੀਕ ਤਰੀਕੇ ਨਾਲ ਬਲੈਂਡ ਨਹੀਂ ਹੋਈ, ਜਿਹੜੀ ਸ਼ਰਾਬ ਪ੍ਰੋਪਰ ਪ੍ਰੋਸੈਸ 'ਚ ਨਹੀਂ ਬਣੀ, ਉਹ ਤੁਹਾਡੇ ਸਰੀਰ ਨੂੰ ਕਹਿੰਦੇ ਖਾ ਜਾਂਦੀ। ਇਹ ਡਾਕਟਰ ਕਹਿੰਦੇ, ਮੈਡੀਕਲ ਖੋਜ ਕਹਿੰਦੀ ਕਿ ਜਿਹੜੀ ਸ਼ਰਾਬ ਮਿਲਾਵਟੀ ਆ ਉਹ ਤੁਹਾਡੀ ਬਾਡੀ ਦਾ 10 ਗੁਣਾ ਵੱਧ ਨੁਕਸਾਨ ਕਰਦੀ। ਵੈਸੇ ਤੇ ਸ਼ਰਾਬ ਨੁਕਸਾਨਦਾਇਕ ਆ, ਲੇਕਿਨ ਅਦਰਵਾਈਜ਼ ਇਹ ਕਿੰਨੇ ਪ੍ਰਤੀਸ਼ਤ ਨੁਕਸਾਨ ਸਿਰਫ ਤੇ ਸਿਰਫ ਚੋਰ ਮੋਰੀਆਂ ਰਾਹੀਂ ਪੈਸੇ ਕਮਾਉਣ ਕਰਕੇ ਹੁੰਦਾ। ਤੇ ਦੋਸ਼ ਪੋਲੀਟੀਸ਼ੀਅਨ ਇੱਕ ਦੂਜੇ ਤੇ ਲਾ ਰਹੇ, ਕਹਿੰਦੇ ਅਫਸਰਾਂ ਦੀ ਸ਼ਹਿ ਤੇ ਸਿਆਸਤਦਾਨ ਜਿਹਦੀ ਸੱਤਾ ਹੁੰਦੀ ਹੈ ਉਹ ਪੈਸੇ ਕਮਾਉਂਦਾ, ਹੱਥ ਰੰਗਦਾ। ਰੰਧਾਵਾ ਸਾਹਿਬ, ਜਦੋਂ ਸਰਕਾਰ ਆਈ ਸੀ, ਸਰਕਾਰ ਆਬਕਾਰੀ ਨੀਤੀ ਦੇ ਉੱਤੇ ਸਰਕਾਰ ਨਹੀਂ ਸੀ ਬਣੀ ਜੀ। ਸਰਕਾਰ ਆਈ ਸੀ, ਅਸੀਂ ਕੇਬਲ ਮਾਫੀਆ ਖਤਮ ਕਰਾਂਗੇ, ਅਸੀਂ ਟਰਾਂਸਪੋਰਟ ਮਾਫੀਆ ਖਤਮ ਕਰਾਂਗੇ, ਅਸੀਂ ਮਾਈਨਿੰਗ ਦਾ ਮਾਫੀਆ ਖਤਮ ਕਰਾਂਗੇ, ਅਸੀਂ ਇਨਸਾਫ ਦੇਵਾਂਗੇ ਸੂਬੇ ਨੂੰ। ਜੀ ਇਹਨਾਂ ਮੁੱਦਿਆਂ ਤੇ ਆਈ ਸੀ। ਹੁਣ ਕੀ ਆ ਕਿ ਆਹ 2 ਮਹੀਨੇ ਜਿਹੜੇ ਲੰਘੇ ਨੇ, ਇਹਨਾਂ 2 ਮਹੀਨਿਆਂ ਦੇ ਵਿੱਚ ਤੁਸੀਂ ਦੱਸੋ ਵੀ ਕਿਹੜਾ ਐਸਾ ਮੁੱਦਾ ਆ ਜਿਹਦੇ ਉੱਤੇ ਸਰਕਾਰ ਦਾ ਧਿਆਨ ਕੇਂਦਰਿਤ ਹੋ ਸਕਿਆ? ਜੀ, ਸਾਰਾ ਜ਼ੋਰ ਸੀ ਇਹਨੂੰ ਕਰੋਨਾ ਨੂੰ ਰੋਕਥਾਮ ਦਾ ਜੀ। ਔਰ ਆਉਣ ਵਾਲੇ ਜਿਹੜੇ ਆ ਮਹੀਨੇ ਨੇ, ਆਉਣ ਵਾਲੇ ਮਹੀਨਿਆਂ ਦੇ ਵਿੱਚ ਤੁਹਾਡੀ ਕੋਈ ਆਰਥਿਕ ਜਿਹੜੀ ਹੈ ਸਰੋਤ ਤੁਹਾਨੂੰ ਕੋਈ ਨਜ਼ਰ ਨਹੀਂ ਆ ਰਿਹਾ। ਤੁਹਾਡੀ ਪ੍ਰੋਡਕਸ਼ਨ ਜਿਹੜੀ ਹੈ ਕਿਤੇ ਹੈ ਨਹੀਂ ਹੈ। ਇਹ ਤਾਂ ਇੱਕ ਪਹਿਲੂ ਆ ਹਾਂ ਕਿ ਇਹ ਤੇ ਮੱਥਾਪੱਚੀ ਹੋਵੇ, ਉਹਦੇ ਲਈ ਕੈਪਟਨ ਸਾਹਿਬ ਨੇ ਉਹ 20 ਮੈਂਬਰੀ ਗਰੁੱਪ ਬਣਾਤਾ, ਜਿਹਦੇ ਡਾਕਟਰ ਮਨਮੋਹਨ ਸਿੰਘ ਨੂੰ ਵੀ ਆਵਾਜ਼ ਮਾਰੀ ਕਿ ਮੌਂਟੇਕ ਸਿੰਘ ਆਲੂਵਾਲੀ ਦੀ ਅਗਵਾਈ 'ਚ ਉਹਨਾਂ ਨੇ ਤੇ ਕੀ ਸਿਫਾਰਿਸ਼ ਦੇਣੀ ਪਤਾ ਨਹੀਂ, ਕਿਉਂਕਿ ਦੂਰ ਬੈਠੇ ਬੰਦੇ ਸਾਡੇ ਜ਼ਮੀਨੀ ਹਾਲਾਤ ਨਹੀਂ ਸਮਝ ਸਕਦੇ, ਸਾਡੇ ਧਰਾਤਲ ਤੇ ਕੀ ਵਾਪਰਦਾ ਕਿਸੇ ਨੂੰ ਨਹੀਂ ਪਤਾ। ਲੇਕਿਨ ਜਿੱਥੋਂ ਤੱਕ ਸਵਾਲ ਸੀ ਕਿ ਕੈਬਨਿਟ ਸਮੂਹਿਕ ਤੌਰ ਤੇ ਡਿਸੀਜਨ ਲਵੇ ਕਿ ਕਿਹੜੇ ਖੇਤਰ 'ਚ ਪਹਿਲ ਦੀ ਲੋੜ ਆ, ਕਿੱਥੇ ਪੰਜਾਬੀਆਂ ਨੂੰ ਰਾਹਤ ਦੀ ਲੋੜ ਆ, ਕਿੱਥੇ ਰੁਜ਼ਗਾਰ ਦੀ ਲੋੜ ਆ, ਕਿੱਥੇ ਕਿੱਥੇ ਪੈਕੇਜ ਦੇਣ ਦੀ ਲੋੜ ਆ, ਜਿਹੜੀਆਂ ਦੁਕਾਨਾਂ ਬੰਦ ਹੋਈਆਂ ਕਿਤੇ ਬੰਦ ਹੋਈਆਂ ਹੀ ਨਾ ਰਹਿ ਜਾਣ। ਰੰਧਾਵਾ ਸਭ ਤੋਂ ਅਹਿਮ ਗੱਲ ਇਹ ਆ ਕਿ ਆਖਰਕਾਰ ਇਹ ਜਿਹੜੇ ਅੰਕੜੇ ਅੱਗੇ ਦੇਣੇ ਨੇ ਉਸ 20 ਮੈਂਬਰੀ ਕਮੇਟੀ ਨੂੰ, ਉਹ ਇਸ ਬਿਊਰੋਕ੍ਰੇਸੀ ਨੇ ਦੇਣੇ ਨੇ। ਨਹੀਂ, ਉਹ ਇੱਕ ਪਹਿਲੂ ਆ। ਇਸ ਵੇਲੇ ਸਭ ਤੋਂ ਵੱਡਾ ਸੰਕਟ ਇਹ ਸੀ ਕਿ ਜਿਹੜੀ ਦੁਕਾਨ ਬੰਦ ਕਰਕੇ ਬੰਦਾ 20 ਮਾਰਚ ਨੂੰ ਗਿਆ ਸੀ, ਜਦੋਂ ਲਾਕਡਾਊਨ ਹੋਇਆ, ਉਸ ਤੋਂ ਬਾਅਦ ਉਹਨਾਂ ਦੁਕਾਨਾਂ ਦੇ ਕਿਰਾਏ ਕਈਆਂ ਦੇ ਫਸ ਗਏ, ਕਈ ਬੰਦਿਆਂ ਦੇ ਰੁਜ਼ਗਾਰ ਦੁਬਾਰਾ ਕਈ ਮਹੀਨੇ ਸ਼ੁਰੂ ਨਹੀਂ ਹੋਣੇ। ਲਗਭਗ ਇੱਕ ਅਨੁਮਾਨ ਅਨੁਸਾਰ 40% ਦੁਕਾਨਾਂ ਦੁਬਾਰਾ ਖੁੱਲ ਹੀ ਨਹੀਂ ਸਕਣੀਆਂ। ਨਹੀਂ, ਅਜੇ ਨਹੀਂ ਖੁੱਲੀਆਂ, ਨਹੀਂ ਖੁੱਲ ਹੀ ਨਹੀਂ ਸਕਣੀਆਂ, ਕਿਉਂਕਿ ਉਹਨਾਂ ਨੂੰ ਸ਼ਾਇਦ ਇਹ ਭਰੋਸਾ ਹੀ ਨਹੀਂਗਾ, ਕਿਉਂਕਿ ਜਿਹੜੇ ਲੋਕ ਚਲਾਈ ਜਾ ਰਹੇ ਸੀ ਕਿ ਚਲੋ ਹੈਂਡ ਟੂ ਮਾਊਥ ਨੇ, ਉਹਨਾਂ ਨੂੰ ਲੱਗਦਾ ਹੀ ਨਹੀਂ ਕਿ ਅਸੀਂ ਖਰਚੇ ਪੂਰੇ ਕਰ ਪਾਵਾਂਗੇ। ਕਿ ਗਵਰਨਮੈਂਟ ਦਾ ਜਿਹੜਾ ਜ਼ਿਲ੍ਹਾ ਪ੍ਰਸ਼ਾਸਨਿਕ ਅਮਲਾ ਹੈ ਉਹ ਇਸ ਹੱਦ ਤੱਕ ਕੋਈ ਸਰਵੇ ਕਰਦਾ ਕਿ ਕਿੱਥੇ ਕਿੱਥੇ ਰਾਹਤ ਦੀ ਲੋੜ ਆ, ਕਿੱਥੇ ਕਿੱਥੇ ਲੋਕਾਂ ਨੂੰ ਪੈਰਾਂ ਤੇ ਖੜੇ ਹੋਣ ਜੋਗਾ ਰਹਿਣ ਦੇਣਾ। ਜਿਹੜੀ ਇਸ ਤੋਂ ਬਾਅਦ ਬੇਚੈਨੀ ਤੇ ਡਿਪਰੈਸ਼ਨ ਫੈਲਣਾ, ਉਧਰ ਤਾਂ ਧਿਆਨ ਜਾ ਹੀ ਨਹੀਂ ਰਿਹਾ। ਲੇਕਿਨ ਅਗਲਾ ਸਵਾਲ ਜਿਹੜਾ ਹੈ ਕਿ ਕੀ ਜਦੋਂ ਤੁਸੀਂ ਆਪਣੀ ਕੈਬਨਿਟ 'ਚ ਇੱਕ ਸੁਰਤਾ ਨਹੀਂ ਰੱਖ ਰਹੇ, ਹੁਣ ਇੱਕ ਡਰ ਦਾ ਮਾਹੌਲ ਹੈ, ਉਹ ਡਰ ਇਹ ਆ ਕਿ ਅਗਲੇ ਦਿਨਾਂ ਦੇ ਵਿੱਚ ਕਿਹਦੀ ਕੁਰਸੀ ਰਹੂਗੀ ਕਿਹਦੀ ਨਹੀਂ ਰਹੂਗੀ। ਇਹ ਵੀ ਸਵਾਲ ਹੈ, ਬੜਾ ਸਾਫ਼ ਹੈ। ਕੱਲੇ ਇਹ 4 ਜਾਂ 5 ਜਿਹੜੇ ਮਿਨਿਸਟਰ ਨੇ, ਗੱਲ ਇਹਨਾਂ ਦੀ ਨਹੀਂ ਹੈ, ਗੱਲ ਪੂਰੇ ਪੰਜਾਬ ਦੇ ਜਿਹੜੇ ਇਸ ਵੇਲੇ ਵਿਧਾਇਕ ਨੇ ਜਿਹੜੇ ਕਾਂਗਰਸ ਨਾਲ ਜੁੜੇ ਹੋਏ ਨੇ, ਗੱਲ ਉਹਨਾਂ ਦੀ ਵੀ ਹੈ ਕਿ ਉਹਨਾਂ ਨੇ ਆਉਣ ਵਾਲੇ ਦਿਨਾਂ 'ਚ ਲੋਕਾਂ ਨੂੰ ਕਿਸ ਤਰ੍ਹਾਂ ਸਾਹਮਣਾ ਕਰਨਾ। ਆਖਰਕਾਰ ਸਾਰੇ ਜਿਹੜੇ ਮੰਤਰੀ ਜਿਹੜੇ ਆ ਉਹ ਲੋਕਾਂ ਦੇ ਸਾਹਮਣੇ ਨਹੀਂ ਹੋਣਗੇ। ਨੀਤੀਆਂ ਜਿਹੜੀਆਂ ਨੇ, ਜਦ ਤੱਕ ਨੀਤੀ ਨਹੀਂ ਬਣਦੀ, ਜਦ ਤੱਕ ਤੁਸੀਂ ਸਿਰ ਜੋੜ ਕੇ ਬੈਠਦੇ ਹੀ ਨਹੀਂ ਹੋ। ਜੇ ਨਹੀਂ ਬਹਿਣਾ ਚਾਹੁੰਦੇ ਤਾਂ ਫਿਰ ਰੰਧਾਵਾ ਸਾਹਿਬ ਇਹਦੇ ਤੋਂ ਵਧੀਆ ਜਿਹੜਾ ਤੇ ਸੁਨੇਹਾ ਇਹੀ ਹੋਏਗਾ ਕਿ ਠੀਕ ਹੈ ਭਾਈ, ਤੁਹਾਨੂੰ ਮਨਜ਼ੂਰ ਨਹੀਂ, ਤੁਸੀਂ ਆਪਣੇ ਰਾਹ ਤੇ ਅਸੀਂ ਆਪਣੇ ਰਾਹ। ਇਹਦੇ 'ਚ ਸਰਦਾਰ ਸਾਹਿਬ ਜਿਹੜਾ ਪਹਿਲੂ ਮੈਂ ਰੱਖਣਾ ਚਾਹ ਰਿਹਾ ਉਹ ਇਹ ਹੈ ਕਿ ਇਸ ਵੇਲੇ
ਨਜ਼ਰਸਾਨੀ ਕੀਤੀ ਜਾ ਰਹੀ ਹੈ, ਸਾਡੇ ਸਰੋਤ ਦੱਸਦੇ ਆ। ਹਾਂ। ਔਰ ਬੜੇ ਪੁਖਤਾ ਸਰੋਤ ਹੈ ਦੋਸਤੋ, ਬੜੇ ਪੁਖਤਾ ਸਰੋਤ ਹੈ, ਉਹ ਇਹ ਦੱਸਦੇ ਆ ਕਿ ਅੰਦਰ ਖਾਤੇ ਨਜ਼ਰਸਾਨੀ ਕੀਤੀ ਜਾ ਰਹੀ ਹੈ ਕਿ ਕਿਹੜੀ ਧਿਰ ਹਾਂ ਉੱਪਰਲਿਆਂ ਦੇ ਨਾਲ ਬਹੁਤ ਸਿੰਸੀਅਰ ਸੀ, ਕਿਹੜੇ ਐਮਐਲਏ ਇਸ ਔਖੀ ਘੜੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਦੇਣਾ ਹੈ, ਕਿਹਨਾਂ ਨੇ ਵਗਦੇ ਪਾਣੀ ਚੋਂ ਹੱਥ ਧੋਣ ਦੀ ਕੋਸ਼ਿਸ਼ ਕੀਤੀ ਕਿ ਮੈਂ ਬਾਗੀ ਸੁਰ ਦਿਖਾ ਕੇ ਫਾਇਦਾ ਲੈ ਲਾਂ, ਕਿਹਨਾਂ ਨੇ ਆਪਣੇ ਨਿੱਜੀ ਕੰਮ ਕਰਾਉਣ ਲਈ ਬਾਗੀਆਂ ਦੇ ਨਾਲ ਚਾਹ ਚੂ ਪੀ ਲਈ, ਕਿਹੜੇ ਉਹ ਬੰਦੇ ਨੇ ਜਿਹੜੇ ਬੰਦੇ ਔਖੇ ਹੋਏ ਵਜ਼ੀਰਾਂ ਨੂੰ ਮਿਲਣ ਗਏ, ਉਹਨਾਂ ਦੇ ਨਾਲ ਗੱਲਬਾਤ ਕਰਦੇ ਰਹੇ, ਏਜੰਸੀਆਂ ਚੌਕਸ ਰਹੀਆਂ, ਪਤਾ ਲੱਗਦਾ ਰਿਹਾ ਕਿ ਕਿਹੜੇ ਦਰਵਾਜ਼ੇ ਨੂੰ ਖੜਕਾਇਆ ਗਿਆ। ਹਾਲਾਂਕਿ ਮਨਪ੍ਰੀਤ ਸਿੰਘ ਬਾਦਲ ਇਨੀ ਦਿਨੀ ਆਪਣੀ ਜਿਹੜੀ ਪਰਿਵਾਰਕ ਮੁਸ਼ਕਲ ਦੀ ਘੜੀ ਸੀ, ਉਹਨਾਂ ਦੇ ਪਿਤਾ ਜੀ ਦੀ ਡੈਥ ਹੋ ਜਾਂਦੀ ਹੈ, ਮੌਤ ਹੋ ਜਾਂਦੀ ਹੈ, ਔਰ ਉਸ ਤੋਂ ਬਾਅਦ ਉਹ ਬਾਦਲ ਪਿੰਡ ਤੋਂ ਚੰਡੀਗੜ੍ਹ ਵੱਲ ਸੱਤਾ ਦੇ ਗਲਿਆਰਿਆਂ ਵੱਲ ਨਹੀਂ ਅਜੇ ਆਏ। ਲੇਕਿਨ ਇਹ ਗੱਲ ਸੱਚ ਹੈ ਕਿ ਉੱਥੋਂ ਤੱਕ ਜਿਹੜੀ ਅਫਸਰਸ਼ਾਹੀ ਗਈ ਹੈ ਸਮੇਂ-ਸਮੇਂ ਤੇ ਅਫਸੋਸ ਲਈ ਭੋਗ ਦੇ ਮੌਕੇ ਤੇ, ਉਹ ਵੀ ਇੱਕ ਸੁਨੇਹਾ ਸੀ ਕਿ ਆਖਰਕਾਰ ਕੈਪਟਨ ਅਮਰਿੰਦਰ ਸਿੰਘ ਇਹ ਚਾਹ ਰਿਹਾ ਕਿ ਕੋਈ ਵੱਡੀ ਲੜਾਈ ਨਾ ਲੜੀ ਜਾਵੇ, ਲੇਕਿਨ ਜਿਹੜੀ ਲੜਾਈ ਹੁਣ ਇਹ ਵੀ ਬਹੁਤ ਕਲੀਅਰ ਆ ਕਿ ਜਿਹੜੇ ਬੰਦੇ ਐਡਜਸਟ ਹੋਣੋਂ ਰਹਿ ਗਏ, ਅਗਲੇ 1.5 ਸਾਲਾਂ 'ਚ ਉਹਨਾਂ ਨੂੰ ਆਸ ਬਣਦੀ ਨਜ਼ਰ ਆਉਂਦੀ ਆ ਕਿ ਕੋਈ ਰੀਸ਼ਫਲ ਹੋਊਗਾ, ਇੱਕ ਵਾਰੀ ਸਾਡੀ ਵਜ਼ਾਰਤ ਵਿੱਚ ਹਿੱਸੇਦਾਰੀ ਬਣ ਸਕਦੀ। ਦੂਜੀ ਜਿਹੜੇ ਮੰਤਰਾਲਿਆਂ ਨੂੰ ਬਦਲਣ ਦੀ ਗੱਲ ਆ ਕਿ ਜਿਹੜੀ ਪ੍ਰਬੰਧਕੀ ਨੁਕਤਾ ਨਿਗਾਹ ਤੋਂ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਦਾ ਕੰਮ ਹੈ ਕਿ ਕਿਹਨੂੰ ਥੋੜਾ ਤਾਂ ਚੱਕ ਦਈਏ, ਕਿਹਨੂੰ ਥੋੜਾ ਥੱਲੇ ਲੈ ਆਈਏ। ਔਰ ਇਹਦੇ ਨਾਲ ਜੇ ਪ੍ਰਬੰਧਕੀ ਕੋਈ ਬਦਲਾਅ ਹੁੰਦਾ ਤੇ ਕਪਤਾਨ ਸਾਹਿਬ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਹੋਏਗਾ, ਕਿਉਂਕਿ ਕਾਫੀ ਸਮੇਂ ਤੋਂ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਇਹ ਬਦਲਾਅ ਮੰਗਦੇ ਰਹੇ ਨੇ ਔਰ ਉਹ ਕਾਂਗਰਸੀ ਨੇ, ਉਹ ਵਿਧਾਇਕ ਨੇ, ਇਹ 'ਚ ਕੋਈ ਦੋ ਰਾਵਾਂ ਨਹੀਂ ਹੈ, ਤੁਹਾਡੇ ਸਾਹਮਣੇ ਆਉਂਦੇ ਰਹੇ ਨੇ, ਬਾਰ-ਬਾਰ ਕਹਿੰਦੇ ਨੇ ਕਿ ਕਿਤੇ ਨਾ ਕਿਤੇ ਕੋਈ ਦੋਸ਼ੀ ਹੈ ਤੇ ਉਹਨੂੰ ਜਿਹੜਾ ਕਾਬਲ ਨਹੀਂ ਉਹਨੂੰ ਪਰੇ ਕਰ ਦਿਓ, ਕਾਬਲ ਨਹੀਂ ਤੇ ਪਰੇ ਕਰ ਦਿਓ। ਔਰ ਜਦੋਂ ਇਹ ਸਾਰਾ ਕੁਝ ਸੰਕੇਤ ਪਹਿਲਾਂ ਹੀ ਹੈਗੇ ਨੇ ਤੇ ਹੁਣ ਜਦੋਂ ਲੱਗਦਾ ਕਿ ਜਦੋਂ ਟਿਕ ਕੇ ਬੈਠ ਕੇ ਕੰਮ ਕਰਨਾ ਤੇ ਜਾਂ ਜਿਹਨੂੰ ਕਹਿ ਲਓ ਕਿ ਜਵਾਬਦੇਹੀ ਤੇ ਦੇਣੀ ਪੈਣੀ ਤੁਹਾਨੂੰ। ਦੇਖੋ ਕੈਪਟਨ ਅਮਰਿੰਦਰ ਸਿੰਘ ਮੁਕੰਮਲ ਇੱਕ ਸੁਨੇਹਾ ਦੇਣ 'ਚ ਅਸਫਲ ਸਾਬਤ ਹੋਏ ਆ ਸਰਕਾਰੀ ਕੰਮਕਾਜ ਦਾ। ਇੱਕ ਮੁਖੀ ਦੀ ਜ਼ਿੰਮੇਵਾਰੀ ਆ ਸਰਕਾਰ ਦੀ ਕਿ ਉਹ ਆਪਣੇ ਆਪ ਨੂੰ ਲੀਡ, ਸਾਰੇ ਸਿਸਟਮ ਨੂੰ ਲੀਡ ਕਰੇ, ਪੂਰੀ ਕੈਬਨਿਟ ਨੂੰ ਲੀਡ ਕਰੇ, ਸਰਕਾਰ ਨੂੰ ਲੀਡ ਕਰੇ। ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ 'ਚ ਉਹਨੇ ਨਜ਼ਰ ਨਹੀਂ ਆਏ ਇਹ ਕੋਵਿਡ ਤੋਂ ਪਹਿਲਾਂ। ਇੱਕ ਸੁਨੇਹਾ ਲੋਕਾਂ ਦੇ ਵਿੱਚ ਆਮ ਲੱਗਦਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਸੁਸਤ ਰਫ਼ਤਾਰ ਨਾਲ ਸਰਕਾਰ ਚਲਾ ਰਹੇ। ਇੱਕ ਇਲਜ਼ਾਮ ਮਨਪ੍ਰੀਤ ਸਿੰਘ ਬਾਦਲ ਤੇ ਵੀ ਲੱਗਦਾ ਸੀ ਕਿ ਪੰਜਾਬ ਦਾ ਖਜ਼ਾਨਾ ਮੰਤਰੀ ਵੀ ਉਸ ਸ਼ਿੱਦਤ ਨਾਲ ਕੰਮ ਨਹੀਂ ਕਰ ਰਿਹਾ। ਬਿਲਕੁਲ, ਜੇਕਰ ਖਜ਼ਾਨਾ ਮੰਤਰੀ 3 ਸਾਲ ਦੇ ਵਿੱਚ ਖਜ਼ਾਨੇ ਦਾ ਘਾਟਾ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਫਿਰ ਉਸ ਪੀਰੀਅਡ 'ਚ ਰੈਵਨਿਊ ਦਾ ਲਾਸ ਹੋ ਰਿਹਾ ਸੀ, ਜਿਹੜਾ ਆਬਕਾਰੀ ਦੁਆਰੇ ਜ਼ਿੰਮੇਵਾਰੀ ਉਹਦੀ, ਮਤਲਬ ਹੁਣ ਤੁਹਾਨੂੰ ਜਾਂ ਮੈਨੂੰ ਤੇ ਪਤਾ ਨਹੀਂ ਸੀ ਕਿ ਹਰ ਮਹੀਨੇ ਖਜ਼ਾਨੇ 'ਚੋਂ ਕਿਸ ਹੈੱਡ 'ਚ ਕਿੰਨੇ ਪੈਸੇ ਆ ਰਹੇ, ਕਿ ਮਾਲੀਆ ਆਬਕਾਰੀ ਐਕਸਾਈਜ਼ ਤੋਂ ਕਿ ਨਾ ਆ ਰਿਹਾ। ਲੇਕਿਨ ਮਨਪ੍ਰੀਤ ਸਿੰਘ ਬਾਦਲ ਦੇ ਅੰਕੜੇ ਤੱਕ ਦਰੁਸਤ ਹੋਣਗੇ ਨਾ, ਉਹਨਾਂ ਨੂੰ ਤੇ ਪਤਾ ਸੀ ਕਿ ਇੱਥੋਂ ਪੈਸੇ ਨਹੀਂ ਆ ਰਹੇ। ਜੇ ਨਹੀਂ ਸੀ ਆ ਰਹੇ ਪਿਛਲੇ 2 ਸਾਲ 'ਚ ਮਨਪ੍ਰੀਤ ਬਾਦਲ ਦੀ ਚੁੱਪ ਨੂੰ ਕੀ ਮੰਨੀਏ, ਇਹ ਸਵਾਲ ਸਾਰੇ ਉਠਾਉਂਦੇ, ਕਿਉਂਕਿ ਇਹਨਾਂ ਨੇ ਸਵਾਲ ਉਠਾਇਆ ਸੀ ਕਿ ਆਬਕਾਰੀ ਨੀਤੀ ਨੁਕਸਾਨਦੇਹ ਆ। ਲੇਕਿਨ ਜਦੋਂ ਕਪਤਾਨ ਸਾਹਿਬ ਨੇ ਸਾਰੇ ਅੰਕੜੇ ਪੇਸ਼ ਕਰਾਤੇ ਮਹਿਕਮੇ ਦੇ ਕੋਲੋਂ, ਫਿਰ ਹੁਣ ਉਹ ਅੰਕੜੇ ਜਿਹੜੇ ਆ, ਕੀ ਉਹ ਅੰਕੜੇ ਮਨਪ੍ਰੀਤ ਦੇ ਅੰਕੜੇ ਸਹੀ ਆ ਜਾਂ ਇਹ ਅੰਕੜੇ ਸਹੀ ਆ? ਲੇਕਿਨ ਕੀ ਮਨਪ੍ਰੀਤ ਬਾਦਲ ਇਨ ਟਾਈਮ ਇਹ ਪੰਜਾਬ ਔਰ ਮੁੱਖ ਮੰਤਰੀ ਨੂੰ ਦੱਸਣ 'ਚ ਅਸਫਲ ਸਾਬਤ ਕਿਉਂ ਹੋਏ? ਉਹਨਾਂ ਨੇ ਇਹ ਮੌਕਾ ਕਿਉਂ ਚੁਣਿਆ? ਉਹਨਾਂ ਨੇ ਇਸ ਮੌਕੇ ਤੇ ਫਿਰ ਇੱਕ ਇਹ ਵੀ ਸਵਾਲ ਆ ਕਿ ਜਦੋਂ ਨਵਜੋਤ ਸਿੰਘ ਸਿੱਧੂ ਕਹਿੰਦਾ ਸੀ ਕਿ ਐਕਸਾਈਜ਼ ਪਾਲਿਸੀ ਆ ਬਣਾ ਲਓ, ਕਾਰਪੋਰੇਸ਼ਨ ਬਣਾ ਲਓ, ਉਹਨੂੰ ਇਗਨੋਰ ਕਰਨ ਵਾਲੇ ਜਿਹੜੇ ਵਜ਼ੀਰ ਸੀ ਉਹਨਾਂ ਦਾ ਤਰਕ ਉਦੋਂ ਕੀ ਸੀ ਤੇ ਅੱਜ ਕੀ ਹੈ? ਇਸ ਤੋਂ ਵੀ ਅਗਲਾ ਸਵਾਲ ਹੈ ਕਿ ਕੀ ਮਨਪ੍ਰੀਤ ਸਿੰਘ ਬਾਦਲ ਸਮੇਂ-ਸਮੇਂ ਤੇ ਸੈਂਟਰ ਗਵਰਨਮੈਂਟ ਕੋਲੋਂ ਮਿਲਣ ਵਾਲੇ ਪੈਸੇ ਠੀਕ ਮਕਦਾਰ 'ਚ ਲਿਆ ਪਾਏ, ਪੰਜਾਬ ਦਾ ਕੇਸ ਰੱਖ ਪਾਏ ਕਿ ਨਹੀਂ, ਪੰਜਾਬ ਦੇ ਲੋਕਾਂ ਨੂੰ ਜਿੱਥੇ-ਜਿੱਥੇ ਪੈਸੇ ਦੀ ਲੋੜ ਸੀ ਉੱਥੇ ਲੱਗਿਆ ਕਿ ਨਹੀਂ ਲੱਗਿਆ? ਸੋ ਜੇਕਰ ਸਟੇਟ ਘਾਟੇ 'ਚ ਆ, ਇਹਦਾ ਮਤਲਬ ਇਹ ਨਹੀਂ ਕਿ ਸਟੇਟ ਰੁਕ ਜਾਏ। ਜਦੋਂ ਕਿਸੇ ਬਿਜ਼ਨਸ ਦੇ ਵਿੱਚ ਪੈਸੇ ਨਹੀਂ ਲੱਗਦੇ, ਉਹ ਬਿਜ਼ਨਸ ਹੋਰ ਘਾਟੇ 'ਚ ਜਾਂਦਾ। ਲੋਕ ਕਹਿੰਦੇ ਆ ਕਿ ਕਰਜ਼ਾ ਚੁੱਕ ਕੇ ਵੀ ਲਾਓ, ਰਫ਼ਤਾਰ ਮੱਠੀ ਨਹੀਂ ਹੋਣੀ ਚਾਹੀਦੀ, ਰਿਫਾਰਮਸ ਕਰੋ। ਔਰ ਜਦੋਂ ਤੁਹਾਨੂੰ ਹੁਣ ਹਰ ਪਾਸਿਓਂ ਪੈਸੇ ਦੀ ਲੋੜ ਆ, ਜੇ ਤੁਹਾਨੂੰ ਨਹੀਂ ਮਿਲ ਰਿਹਾ ਤੇ ਇਹਦਾ ਮਤਲਬ ਇਹ ਆ ਕਿ ਤੁਹਾਨੂੰ ਇੱਕ ਜੰਗ ਜਿਹੜੀ ਆ
ਉਹ ਸੈਂਟਰ ਨਾਲ ਵੀ ਲੜਨੀ ਪੈਣੀ ਹੈ। ਬਿਲਕੁਲ ਲੜਨੀ ਪੈਣੀ। ਉਸ ਜੰਗ ਲਈ ਤੁਹਾਡੇ ਅੰਦਰ ਮਜ਼ਬੂਤੀ ਜ਼ਰੂਰੀ ਆ ਤੇ ਤੁਹਾਨੂੰ ਆਪਣੀਆਂ ਬਾਹਾਂ ਤੇ ਫਿਰ ਜ਼ਰੂਰ ਚਾਹੀਦੀਆਂ ਨੇ ਜੀ ਜੀ। ਤੇ ਮੈਨੂੰ ਤੇ ਲੱਗਦਾ ਇਹ ਆ ਵੀ ਕਿਤੇ ਇਹ ਨਾ ਹੋਵੇ ਵੀ ਜਿੱਦਾਂ ਕਪਤਾਨ ਸਾਹਿਬ ਅੱਜ ਕੱਲ੍ਹ ਤਕਰੀਬਨ ਲਾਈਵ ਹੋ ਜਾਂਦੇ ਨੇ ਤੇ 31 ਮਈ ਨੂੰ ਸ਼ਾਮ ਨੂੰ ਕਹਿਣ ਵੀ ਚਲੋ ਅੱਜ ਲੋਕਡਾਊਨ ਵੀ ਖਤਮ ਹੈ ਤੇ ਅੱਜ ਇੱਧਰ ਮੰਤਰੀ ਵੀ ਨਵੇਂ ਜਿਹੜੇ ਇਹ ਕਰ ਲਈ ਹੁਣ। ਨਹੀਂ ਨਹੀਂ, ਇੰਜ ਨਹੀਂ। ਗੱਲ ਇਹ ਹੈ ਕਿ ਕਪਤਾਨ ਸਾਹਿਬ ਏਡੇ ਕਾਲੇ ਨਹੀਂ ਪੈਣਗੇ। ਉਹ 2 ਮਹੀਨੇ 1.5 ਮਹੀਨਾ ਜਿਹੜਾ ਨਾ ਜੀ ਉਹ ਦੇਖਣਗੇ ਜੀ। ਇਹ ਗੱਲ ਬਹੁਤ ਪੁਖਤਾ ਆ ਰਹੀ ਹੈ ਕਿ ਜਿਹੜੀ ਅੰਦਰ ਖਾਤੇ ਸੁਨੇਹਾ ਲੱਗਦਾ ਹੈ ਉਹ ਲੱਗਿਆ ਹੈ ਜੀ। ਗੱਲ ਕਲੀਅਰ ਹੋਣ ਲੱਗੀ ਜੀ ਕਿ ਕਿਹਨੂੰ ਪਾਵਰ 'ਚ ਰੱਖਣਾ ਹੈ, ਕਿਹਨੂੰ ਪਾਵਰ ਤੋਂ ਥੋੜਾ ਦੂਰੀ ਤੇ ਰੱਖਣਾ ਹੈ। ਉਸ ਤੋਂ ਵੀ ਅਗਲੀ ਗੱਲ ਦੋਸਤੋ ਇਹ ਹੈ ਕਿ ਅਗਲੇ ਦਿਨਾਂ ਦੇ ਵਿੱਚ ਜਿਹੜੀ ਇੱਕ ਤਿੱਕੜੀ ਟੁੱਟਣ ਦਾ ਅਸਾਰ ਬਣਦਾ ਸੀ ਜੀ, ਉਹਦੇ ਵਿੱਚ ਸੁਨੀਲ ਜਾਖੜ ਨੇ ਜੀ, ਕੈਪਟਨ ਅਮਰਿੰਦਰ ਸਿੰਘ ਨੇ ਔਰ ਅਫਸਰਸ਼ਾਹੀ ਦਾ ਜਿਹੜਾ ਸਿਸਟਮ ਸੀ। ਜੀ। ਜਦੋਂ ਲੰਚ ਦੇ ਉੱਤੇ ਸੁਨੀਲ ਜਾਖੜ ਵੀ ਜਾ ਆਉਂਦੇ, ਸੁਖਜਿੰਦਰ ਰੰਧਾਵਾ ਵੀ ਜਾ ਆਉਂਦੇ ਆ, ਜੀ। ਜਦੋਂ ਰਾਜਾ ਵੜਿੰਗ ਵੀ ਜਾ ਆਉਂਦੇ ਆ ਜੀ। ਔਰ 2 ਬੰਦੇ ਹੋਰ ਜਿਹੜੇ ਨਾਲ ਪ੍ਰਗਟ ਸਿੰਘ ਸਭ ਤੋਂ ਅਫੈਂਸਿਵ ਸੀਗੇ, ਜੀ ਜੀ, ਹਮਲਾਵਰ ਸੀਗੇ। ਹਮਲਾਵਰ ਸੀ। ਲੇਕਿਨ ਪ੍ਰਗਟ ਸਿੰਘ ਦੀ ਵੀ ਟੋਨ ਜਦੋਂ ਤਿੰਨਾਂ ਦੀ ਜੀ ਪ੍ਰੈਸ ਕਾਨਫਰੰਸ ਹੁੰਦੀ ਹੈ, ਜੀ, ਇੱਕ ਬੰਨੇ ਸੁਖਜਿੰਦਰ ਰੰਧਾਵਾ ਦੇ ਜੀ। ਪ੍ਰਗਟ ਸੀ ਤੇ ਜੀ। ਦੂਜੇ ਬੰਨੇ ਰਾਜਾ ਵੜਿੰਗ। ਜੀ ਸੋ ਪ੍ਰਗਟ ਦੀ ਟੋਨ ਵੀ ਲੋ ਹੋ ਜਾਂਦੀ, ਜੀ, ਰਾਜਾ ਵੜਿੰਗ ਵੀ ਆਪਣੇ ਕੈਪਟਨ ਨੂੰ ਡਿਫੈਂਡ ਕਰਦੇ ਨਜ਼ਰ ਆਉਂਦੇ ਆ ਜੀ। ਤੇ ਰੰਧਾਵਾ ਸਾਹਿਬ ਦੀ ਟੋਨ ਵੀ ਲਗਭਗ ਉਵੇਂ ਦੀ। ਜੀ। ਇਹਦਾ ਅਰਥ ਇਹ ਲਿਆ ਜਾਣਾ ਚਾਹੀਦਾ ਕਿ ਜਿੰਨੇ ਮਸਲੇ ਪੈਦਾ ਹੋਏ ਸੀ ਮੁੱਕ ਗਏ। ਮੁੱਕ ਗਏ। ਜਿਹੜੇ ਮਸਲੇ ਸ਼ੁਰੂ ਹੋਏ ਸੀ ਜੀ, ਉੱਥੇ ਹੀ ਖੜੇ ਆ, ਉੱਥੇ ਹੀ ਖਤਮ ਕਰਤੇ ਗਏ। ਉੱਥੇ ਖਤਮ ਕਰ ਦਿੱਤੇ। ਲੇਕਿਨ ਜੇ ਕੋਈ ਖਤਮ ਨਹੀਂ ਹੋਇਆ ਹਾਂ। ਤੇ ਜਿਹੜੀ ਅੰਦਰਲੀ ਕੁੜੱਤਣ ਸੀ ਉਹ ਨਹੀਂ ਹੋਈ। ਬਿਲਕੁਲ। ਜੇ ਦਿਲਾਂ ਦੀ ਕੁੜੱਤਣ ਅਜੇ ਵੀ ਖਤਮ ਨਹੀਂ ਹੋਈ ਤੇ ਫਿਰ ਇਹ ਕੁੜੱਤਣ ਜਿਹੜੀ ਆ ਇਹਨੂੰ ਹਮੇਸ਼ਾ ਲਈ ਪਰੇ ਕਰ ਦੇਣਾ ਚਾਹੀਦਾ। ਹੁਣ ਇਹ ਦੇਖਣਾ ਬਣਦਾ ਹੈ ਕਿ ਜੋ ਕੁਝ ਅੰਦਰ ਚੱਲ ਰਿਹਾ ਕਿ ਤੁਰੰਤ ਪ੍ਰਭਾਵ ਨਾਲ ਆਉਂਦੇ, ਆਪਾਂ ਬਹੁਤ ਜਲਦੀ ਤਾਂ ਨਹੀਂ ਕਵਾਂਗੇ, ਆਉਂਦੇ ਕੁਝ ਸਮੇਂ ਦੇ ਵਿੱਚ ਮਹਿਕਮਿਆਂ 'ਚ ਬਦਲਾਅ। ਬਿਲਕੁਲ। ਉਹ ਪ੍ਰਥਮ ਪ੍ਰਕਿਰਿਆ ਸਲੋ ਵੀ ਹੋ ਸਕਦੀ ਹੈ, ਇੱਕਦਮ ਵੀ ਹੋ ਸਕਦੀ ਹੈ, ਕਾਫੀ ਇਕੱਠੇ ਵੀ ਹੋ ਸਕਦੇ ਆ, ਜੀ। 2-2 3-3 ਕਰਕੇ ਵੀ ਹੋ ਸਕਦੇ ਆ। ਜੀ। ਸੁਨੇਹਾ ਕਿਤੇ ਹੋਰ ਦੇਣ ਲਈ ਕਿਸੇ ਹੋਰ ਨੂੰ ਵੀ ਬਦਲਿਆ ਜਾ ਸਕਦਾ। ਬਿਲਕੁਲ ਸਹੀ ਗੱਲ। ਇਹ ਨਹੀਂ ਵੀ ਕਿਸੇ ਨੂੰ ਸਹੀ ਗੱਲ। ਲੇਕਿਨ ਇਹ ਜ਼ਰੂਰ ਹੈ ਕਿ ਇੱਕ ਮਜ਼ਬੂਤ ਜਿਹੜੀ ਜੰਗਬੰਦੀ ਹੈ ਉਹਦੇ ਲਈ ਪਲੇਟਫਾਰਮ ਤਿਆਰ ਹੋ ਰਿਹਾ। ਜੰਗਬੰਦੀ ਕਿ ਲੜਾਈ? ਜੰਗਬੰਦੀ ਹੁੰਦੀ ਜੀ, ਲੜਾਈ ਕਾਹਨੂੰ ਕਹਿਣਾ ਹੋਣਾ ਸੀ। ਮਤਲਬ ਜਦੋਂ ਵਿੱਚੋਂ ਮਾੜਾ ਕੱਢ ਦਿੱਤਾ ਤੇ ਮਤਲਬ ਜੰਗਬੰਦੀ ਹੁੰਦੀ, ਬਸ ਹੁਣ ਖਤਮ ਹੈ, ਬਸ ਇਹ ਤੋਂ ਗਾਂ ਕੁਝ ਨਹੀਂ ਹੋਣਾ। ਇੱਕ ਸਵਾਲ ਸਿਆਸੀ ਗਲਿਆਰਿਆਂ 'ਚ ਹੋਰ ਘੁੰਮਦਾ ਰਿਹਾ ਜੀ। ਲੋਕ ਪੁੱਛਦੇ ਰਹੇ ਕਿ ਕੀ ਨਵਜੋਤ ਸਿੰਘ ਸਿੱਧੂ ਹਮਲਾਵਰ ਅੰਦਾਜ਼ 'ਚ ਜੇ ਇਸ ਮੌਕੇ ਤੇ ਕੈਪਟਨ ਅਮਰਿੰਦਰ ਦੇ ਖਿਲਾਫ ਖੜੇ ਮੰਤਰੀਆਂ ਦੇ ਹੱਕ 'ਚ ਨਹੀਂ ਆਏ ਹਮਲਾਵਰ ਅੰਦਾਜ਼ 'ਚ? ਜੀ। ਉਹ ਤੇ ਬਹਾਨੇ ਨਾਲ ਗੱਲ ਕਰਦੇ ਰਹੇ, ਤਰੀਕੇ ਨਾਲ। ਜੀ ਜੀ। ਜੇ ਨਹੀਂ ਆਏ ਤੇ ਕਿਤੇ ਉਹ ਹਿਸਾਬ ਸਾਫ਼ ਕਰ ਰਿਹਾ ਕਿ ਜਦੋਂ ਮੈਂ ਸੀ ਮੇਰੇ ਨਾਲ ਤੇ ਕੋਈ ਨਹੀਂ ਤੁਰਿਆ। ਤੁਸੀਂ ਅਜੇ ਏਡੀ ਜਲਦੀ ਨਾ ਮਤਲਬ ਕਹੋ, ਪਹਿਲਾਂ ਇੱਕ ਪਾਸੇ ਉਹਨਾਂ ਨੂੰ ਕਪਤਾਨ ਸਾਹਿਬ ਨੂੰ ਵਿਹਲੇ ਹੋ ਲੈਣ ਦਿਓ। ਅੱਛਾ। ਹਾਂ, ਕਿਉਂਕਿ ਜਿਨ੍ਹਾਂ ਦੇ ਨਾਲ ਹੁਣ ਦੋਸਤੀ ਪੈਣੀ ਹੈ, ਜਿਨ੍ਹਾਂ ਦਾ ਕਲਾਵੇ ਬਗਲਗੋ ਹੋਣਾ, ਥੋੜੇ ਬਹੁਤੇ ਦੇ ਗਿਲੇ ਸ਼ਿਕਵੇ ਉਹਨਾਂ ਨਾਲ ਵੀ ਦੂਰ ਹੋਣੇ ਨੇ ਨਾ। ਸੋ ਦੋਸਤੋ, ਇਹ ਕੁਝ ਸਵਾਲਾਤ ਹੈ ਜਿਹੜੇ ਤੈਰਦੇ ਪਏ ਆ ਕਿ ਅਗਲੇ ਦਿਨਾਂ ਦੇ ਵਿੱਚ ਸਰਕਾਰ ਦਾ ਮੂੰਹ ਮਹਾਂਦਰਾ ਕਿਹੋ ਜਿਹਾ ਹੋਊਗਾ। ਕੈਪਟਨ ਅਮਰਿੰਦਰ ਸਿੰਘ ਅੱਗੇ ਨਾਲੋਂ ਮਜ਼ਬੂਤ ਹੋ ਕੇ ਨਿਕਲਿਆ ਜਾਂ ਉਹਨਾਂ ਦੇ ਅੰਦਰ ਕੁਝ ਕਮਜ਼ੋਰੀਆਂ, ਬੇਚੈਨੀਆਂ ਦਾ ਆਲਮ ਹੈ? ਸਵਾਲ ਤਾਂ ਇਹ ਹੈ ਕਿ ਉਸ ਲੰਚ ਤੋਂ ਬਾਅਦ ਉਹਨਾਂ ਨੇ ਥੋੜਾ ਜਿਹਾ ਸੁੱਖ ਦਾ ਸਾਹ ਲਿਆ ਹੋਊਗਾ ਕਿ ਉਹ ਆਪ ਗੱਲ ਕਰਨ ਦੀ ਬਜਾਏ ਜਿਹੜੇ ਰੁੱਸੇ ਨਾਰਾਜ਼ ਸੀ ਉਹ ਕਰ ਗਏ ਔਰ ਬਹੁਤਿਆਂ ਨੂੰ ਸ਼ਾਇਦ ਠੰਡਾ ਕਰ ਲਿਆ ਗਿਆ। ਹੁਣ ਜੇ ਕੋਈ ਰਹਿ ਗਿਆ ਜਿਹੜੇ ਨਾਲ ਨਹੀਂ ਤੁਰੇ ਤੇ ਉਹਨਾਂ ਵੱਲੋਂ ਅੱਖਾਂ ਮੀਟਣ ਦੀ ਪੁਰਾਣੀ ਰਵਾਇਤ ਕਹਿੰਦੇ ਅੱਗੇ ਤੋਰਤੀ ਗਈ ਹੈ। ਅੱਖਾਂ ਮੀਟਣ ਦੀ ਰਵਾਇਤ ਦਾ ਬੜਾ ਸਾਫ਼ ਅਰਥ ਹੈ ਕਿ ਜਿਹੜਾ ਵੀ ਕਿਧਰੇ ਬਗਾਵਤ ਕਰੂਗਾ, ਜਿਹੜਾ ਵੀ ਅੱਖਾਂ ਵਿਖਾਊਗਾ, ਅਸੀਂ ਉਹਦੇ ਵੱਲੋਂ ਅੱਖਾਂ ਮੀਟ ਲਾਂਗੇ। ਇਹੀ ਸਿਆਸਤ ਦਾ ਸਭ ਤੋਂ ਪ੍ਰਥਮ ਹਥਿਆਰ ਹੁੰਦਾ ਹੈ। ਕਹਿੰਦੇ ਇਹ ਵਰਤਣ ਲਈ ਇਹ ਸਾਰੇ ਦੇ ਸਾਰੇ ਆਦੇਸ਼ ਜਾਰੀ ਹੋ ਚੁੱਕੇ ਆ। ਸੋ ਵੇਖਣਾ ਇਹ ਹੋਊਗਾ ਕਿ ਜਿਨ੍ਹਾਂ ਵੱਲੋਂ ਅੱਖਾਂ ਮੀਟੀਆਂ ਗਈਆਂ ਉਹ ਰੌਲਾ ਰੱਪਾ ਪਾਉਂਦੇ ਆ ਜਾਂ ਭਾਣਾ ਮੰਨ ਲੈਂਦੇ ਆ ਜਾਂ ਉਸੇ ਤਨਖਾਹ 'ਚ ਕੰਮ ਚੱਲਦਾ ਰਹਿੰਦਾ। ਲੇਕਿਨ ਕੁਝ ਬਦਲਾਅ ਜ਼ਰੂਰ ਹੋਣਗੇ। ਕੋਵਿਡ-19 ਦੇ ਯੁੱਧ ਨੂੰ ਅਗਲੇ ਪੜਾਅ ਤੱਕ ਪਹੁੰਚਣ ਲਈ ਉਹਦੇ ਦੌਰਾਨ ਕਈ ਕੁਝ ਬਦਲਣ ਦੀ ਕੋਸ਼ਿਸ਼ ਹੋਊਗੀ। ਸੋ ਬਹੁਤ ਮਿਹਰਬਾਨੀ, ਬਹੁਤ ਧੰਨਵਾਦ।